Hello everyone, I am Sharon. I welcome you all on the official channel of Erudition Studies. ਅੱਜ ਦੇ ਸੈਸ਼ਨ ਦੇ ਵਿੱਚ ਆਪਾਂ 23rd, 24th and 25th of August ਦੇ ਸਾਰੇ ਹੀ ਇੰਪੋਰਟੈਂਟ ਕਰੰਟ ਅਫੇਅਰਸ ਨੂੰ ਡਿਸਕਸ ਕਰਾਂਗੇ। ਵੈਸੇ ਇਹ ਵਾਲਾ ਸੈਸ਼ਨ ਆਪਾਂ ਡੇਲੀ ਹੀ 7 AM ਮਾਰਨਿੰਗ ਦੇ ਵਿੱਚ ਲਿਆਉਣਾ ਹੁੰਦਾ ਹੈ, ਰਾਈਟ? ਬਟ ਅੱਜ ਕੱਲ੍ਹ ਜੋ ਸਬ ਇੰਸਪੈਕਟਰ ਐਂਡ ਕੋਆਪਰੇਟਿਵ ਬੈਂਕ ਦੇ ਲਈ ਕੁਝ ਸਪੈਸ਼ਲ ਸੈਸ਼ਨ ਕੰਡਕਟ ਕੀਤੇ ਜਾ ਰਹੇ ਹੈ। ਇਸੇ ਕਰਕੇ ਇਹ ਵਾਲੇ ਜੋ ਸੈਸ਼ਨ ਹੈ ਕਰੰਟ ਅਫੇਅਰਸ ਦੇ ਇਹ ਅੱਗੇ ਪਿੱਛੇ ਹੋ ਜਾਂਦੇ ਆ। ਪਲੀਜ਼ ਇਹਨੂੰ ਕਾਪ ਅਪ ਕਰਨਾ ਜਦ ਤੱਕ ਇਹ ਵਾਲੇ ਐਗਜ਼ਾਮ ਹੋ ਜਾਂਦੇ ਆ। ਅਦਰਵਾਈਜ਼ ਵੈਸੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੇਰਾ ਸਕੇਡਿਊਲ ਇਸ ਤਰ੍ਹਾਂ ਬਣਾ ਦਿਆਂ ਕਿ ਜਿਹੜੇ ਤੁਹਾਡੇ ਕਰੰਟ ਅਫੇਅਰ ਦੇ ਸੈਸ਼ਨ ਹੈ ਤੁਹਾਨੂੰ ਡੇਲੀ 7 AM ਹੀ ਮਿਲੇ ਔਰ ਉਸਦੇ ਨਾਲ ਨਾਲ ਜੋ ਸਪੈਸ਼ਲ ਸੈਸ਼ਨ ਹੈ ਉਹ ਚੱਲਦੇ ਰਹਿਣ। ਬਟ ਇਕੱਲੇ ਹੋਣ ਕਰਕੇ ਸ਼ਾਇਦ ਥੋੜਾ ਮੁਸ਼ਕਿਲ ਹੈ, ਬਟ ਆਈ ਵਿਲ ਟਰਾਈ ਐਟ ਮਾਈ ਲੈਵਲ ਬੈਸਟ ਕਿ ਮੈਂ ਇਹਨੂੰ ਜਲਦੀ ਹੀ ਜੋ ਹੈ ਸੈਟਲ ਕਰਦਾ। ਆਲ ਰਾਈਟ। ਐਂਡ ਇੱਕ ਚੀਜ਼ ਹੋਰ, ਕੱਲ ਜੋ ਤੁਹਾਨੂੰ ਸੈਸ਼ਨ ਮਿਲਣਾ ਹੈ ਕੱਲ ਜਾਂ ਫਿਰ ਪਰਸੋਂ ਤੱਕ, ਐਕਚੁਅਲੀ ਕੋਆਪਰੇਟਿਵ ਬੈਂਕ ਦੇ ਲਈ ਮੈਂ ਇਕਨੋਮਿਕਸ ਦਾ ਪੂਰਾ ਮਾਸਟਰ ਵੀਡੀਓ ਦਾ ਇੱਕ ਲੈਕਚਰ ਤਿਆਰ ਕਰ ਲਿਆ। ਉਹਦੀ ਥੋੜੀ ਬਹੁਤ ਐਡੀਟਿੰਗ ਬਾਕੀ ਹੈ। ਆਫਟਰ ਦੈਟ ਉਹ ਅਪਲੋਡ ਕਰ ਦਿੱਤਾ ਜਾਊਗਾ। ਓਕੇ, ਤੇ ਤੁਹਾਨੂੰ ਕੱਲ ਜਾਂ ਫਿਰ ਮੈਕਸਿਮਮ ਤੁਹਾਨੂੰ ਪਰਸੋਂ ਉਹ ਵਾਲਾ ਸੈਸ਼ਨ ਮਿਲ ਜਾਣਾ ਆ, ਔਰ ਜੋ ਕਿ ਕੋਆਪਰੇਟਿਵ ਬੈਂਕ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲਾ ਹੈ। ਇਸ ਦੇ ਨਾਲ ਨਾਲ ਤੁਹਾਨੂੰ ਪਤਾ ਹੈ ਕਿ ਕਰੰਟ ਅਫੇਅਰ ਜੋ ਹੁੰਦਾ ਨਾ ਬੈਂਕਿੰਗ ਦੇ ਨਾਲ ਰਿਲੇਟਡ ਅਲੱਗ ਕਰੰਟ ਅਫੇਅਰਸ ਹੁੰਦੇ ਨੇ, ਉਹਨਾਂ ਦੇ ਨਾਲ ਰਿਲੇਟਡ ਵੀ ਇੱਕ ਮਾਸਟਰ ਵੀਡੀਓ ਤਿਆਰ ਹੋ ਰਹੀ ਹੈ। यानी कि विद इन 4 to 5 डेज ਤੁਹਾਨੂੰ ਬੈਂਕ ਦੀ ਜਿੰਨੀ ਵੀ ਕਰੰਟ ਅਫੇਅਰ ਹੈਗੀ ਹੈ ਲਾਸਟ 6 ਮੰਥ ਦੀ ਉਹ ਤੁਹਾਨੂੰ ਸਾਰੀ ਹੀ ਪ੍ਰੋਵਾਈਡ ਹੋ ਜਾਏਗੀ। ਉਸ ਦੇ ਨਾਲ ਨਾਲ ਜੀ ਇਕਨੋਮਿਕਸ ਦਾ ਲੈਕਚਰ ਹੈ ਫੁੱਲ ਵਾਲਾ, ਇਹ ਵੀ ਤੁਹਾਨੂੰ ਮਿਲ ਜਾਏਗਾ। ਇਹ ਦੋਨੋਂ ਹੀ ਤੁਹਾਡੇ CB ਦੇ ਲਈ ਯਾਨੀ ਕੋਆਪਰੇਟਿਵ ਬੈਂਕ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਲੈਕਚਰਸ ਰਹਿਣਗੇ। ਮਾਈਂਡ ਮਾਈ ਵਰਡਸ। ਓਕੇ, ਤਾਂ ਇਸ ਲਈ ਇਹਨਾਂ ਸੈਸ਼ਨਸ ਨੂੰ ਜ਼ਰੂਰ ਦੇਖ ਲੈਣਾ। ਅਗਰ ਤੁਹਾਨੂੰ ਕਿਸੇ ਵੀ ਸੈਸ਼ਨ ਦੀ PDF ਚਾਹੀਦੀ ਹੋਏਗੀ ਤਾਂ ਓਬਵੀਅਸਲੀ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਡਿਸਕ੍ਰਿਪਸ਼ਨ ਦੇ ਵਿੱਚ। ਓਕੇ, ਉੱਥੋਂ ਦੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਹਰ ਇੱਕ PDF। ਓਕੇ, ਤਾਂ ਸਟਾਰਟ ਕਰਾਂਗੇ ਫਿਰ ਆਪਾਂ ਅੱਜ ਦੇ ਸੈਸ਼ਨ ਨੂੰ। ਫਸਟ ਕੁਐਸਚਨ ਲੈਂਦੇ ਹਾਂ, ਵਿਚ ਮਲੇਸ਼ੀਅਨ ਪ੍ਰਾਈਮ ਮਿਨਿਸਟਰ ਰੀਸੈਂਟਲੀ ਰਿਜ਼ਾਈਨਡ ਆਫਟਰ ਲੂਜ਼ਿੰਗ ਕੌਨਫੀਡੈਂਸ ਵੋਟ। ਤਾਂ ਮਲੇਸ਼ੀਆ ਦੇ ਕਿਹੜੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਵਿਸ਼ਵਾਸ ਮਤ ਹਾਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ? ਇਹਨਾਂ ਦਾ ਨਾਮ ਹੈਗਾ ਮੁਹਿद्दीन यासिन। ਓਕੇ, ਤਾਂ ਇੱਥੇ ਗੱਲ ਕੀ ਹੋ ਰਹੀ ਹੈ? ਕੌਨਫੀਡੈਂਸ ਵੋਟ ਦੀ। ਤਾਂ ਦੇਖੋ ਇਹ ਹੁੰਦਾ ਕੀ ਹੈ, ਜਿੱਦਾਂ ਅਗਰ ਆਪਾਂ ਇੰਡੀਆ ਦੇ ਸੰਦਰਭ ਵਿੱਚ ਗੱਲ ਕਰਦੇ ਹਾਂ ਤਾਂ ਜੋ ਕੌਨਫੀਡੈਂਸ ਮੋਸ਼ਨ ਹੈ ਇਹ ਹਮੇਸ਼ਾ ਹੀ ਲਿਆਂਦਾ ਜਾਏਗਾ ਆਪੋਜੀਸ਼ਨ ਪਾਰਟੀ ਵੱਲੋਂ। ਓਕੇ, ਆਪੋਜੀਸ਼ਨ ਪਾਰਟੀ ਉਦੋਂ ਹੀ ਇਹਨੂੰ ਲੈ ਕੇ ਆਉਂਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਜੋ ਵਾਲੀ ਸਰਕਾਰ ਸੱਤਾ ਦੇ ਵਿੱਚ ਹੈ ਇਹਦੇ ਜਿੰਨੇ ਵੀ ਜੁਆਇਨਰ ਹੈ, ਜਿੰਨੇ ਵੀ ਇਹਨਾਂ ਦੇ ਮੰਤਰੀ ਹੈ, ਹੁਣ ਇਸ ਸਰਕਾਰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਔਰ ਉਹ ਇਸ ਪਾਰਟੀ ਨੂੰ ਹੁਣ ਵੋਟ 'ਚ ਨਹੀਂ ਰਹਿਣ ਦੇਣਾ ਚਾਹੁੰਦੇ। ਓਕੇ, ਤਾਂ ਫਿਰ ਕੀ ਕਰਦੇ ਹੈ, ਜੋ ਆਪੋਜੀਸ਼ਨ ਹੁੰਦੀ ਹੈ ਇਹ ਇਸ ਗਵਰਨਮੈਂਟ ਦੇ ਲਈ ਜੋ ਸੱਤਾ ਵਿੱਚ ਹੈ ਉਹਦੇ ਲਈ ਲੈ ਕੇ ਆਉਂਦੀ ਹੈ ਨੋ ਕੌਨਫੀਡੈਂਸ ਮੋਸ਼ਨ। ਓਕੇ, ਤੇ ਇਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਆ ਕੇ ਜੋ ਆਪਣਾ ਕੌਨਫੀਡੈਂਸ ਹੈ ਉਹਨੂੰ ਸਾਬਿਤ ਕਰੋ, ਆਪਣੇ ਬਹੁਮਤ ਨੂੰ ਸਾਬਿਤ ਕਰੋ। ਅਗਰ ਤਾਂ ਜੋ ਇਹ ਵਾਲੀ ਗਵਰਨਮੈਂਟ ਪਾਰਲੀਮੈਂਟ ਦੇ ਵਿੱਚ ਸਾਬਿਤ ਕਰ ਦਿੰਦੀ ਹੈ ਆਪਣੀ ਮੈਜੋਰਿਟੀ ਨੂੰ ਤਾਂ ਫਿਰ ਤਾਂ ਇਹ ਐਜ਼ ਇਟ ਇਜ਼ ਸੱਤਾ ਦੇ ਉੱਪਰ ਕਾਬਜ ਰਹਿ ਜਾਂਦੀ ਹੈ। ਬਟ ਅਗਰ ਇਹ ਇਹਨੂੰ ਸਾਬਿਤ ਨਹੀਂ ਕਰ ਪਾਉਂਦੀ ਮੈਜੋਰਿਟੀ ਨੂੰ ਤਾਂ ਫਿਰ ਇਹਨਾਂ ਨੂੰ ਰਿਜ਼ਾਈਨ ਕਰਨਾ ਪੈਂਦਾ ਹੈ। ਓਕੇ, ਤੇ ਸਿਰਫ ਪ੍ਰਾਈਮ ਮਿਨਿਸਟਰ ਹੀ ਰਿਜ਼ਾਈਨ ਨਹੀਂ ਕਰਦੇ ਬਲਕਿ ਉਹਨਾਂ ਦੇ ਨਾਲ ਜਿੰਨਾ ਵੀ ਉਹਨਾਂ ਦਾ ਮੰਤਰੀ ਮੰਡਲ ਹੁੰਦਾ ਹੈ ਸਾਰੇ ਨੂੰ ਹੀ ਇਕੱਠਾ ਰਿਜ਼ਾਈਨ ਕਰਨਾ ਪੈਂਦਾ ਹੈ। ਆਲ ਰਾਈਟ, ਤਾਂ ਇਹੀ ਸਭ ਕੁਝ ਹੋਇਆ ਹੈ ਮਲੇਸ਼ੀਆ ਦੇ ਜੋ ਪ੍ਰਧਾਨ ਮੰਤਰੀ ਹੈਗੇ ਨੇ यासिन ਉਹਨਾਂ ਦੇ ਨਾਲ। ਓਕੇ, ਇਹ ਨੋ ਕੌਨਫੀਡੈਂਸ ਮੋਸ਼ਨ ਜੋ ਹੈ ਇਸ ਨੂੰ ਹਾਰ ਗਏ, ਇਸੇ ਕਰਕੇ ਇਹਨਾਂ ਨੇ ਫਿਰ ਰਿਜ਼ਾਈਨ ਕਰ ਦਿੱਤਾ ਹੈ। ਆਲ ਰਾਈਟ, ਤਾਂ ਦੇਖੋ ਇਹ ਜੋ ਸੱਤਾ ਦੇ ਵਿੱਚ ਆਏ ਕਦੋਂ ਸੀਗੇ ਤਾਂ ਮਾਰਚ 2020 ਦੇ ਵਿੱਚ ਹੀ ਇਹ ਪ੍ਰਾਈਮ ਮਿਨਿਸਟਰ ਬਣੇ ਸੀ, ਯਾਨੀ ਕਿ ਜ਼ਿਆਦਾ ਟਾਈਮ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਬਣੇ ਨਹੀਂ ਹੋਇਆ ਸੀ। ਰਾਈਟ, ਹੁਣ ਜਿਹੜਾ ਦੂਸਰਾ ਕੁਐਸਚਨ ਹੈ ਉਹ ਵੀ ਐਸੇ ਹੀ ਕੁਐਸਚਨ ਦੇ ਨਾਲ ਰਿਲੇਟ ਕਰੇਗਾ। ਹੂ ਹੈਜ਼ ਬਿਕਮ ਦ ਨਿਊ ਪ੍ਰਾਈਮ ਮਿਨਿਸਟਰ ਆਫ ਮਲੇਸ਼ੀਆ। ਤਾਂ ਮਲੇਸ਼ੀਆ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਹੈ ਇਹ ਕੌਣ ਬਣੇ ਹੈ? ਇਹਨਾਂ ਦਾ ਨਾਮ ਹੈ ਇਸਮਾਇਲ ਸਾਬਰੀ ਯਾਕੂਬ। ਆਲ ਰਾਈਟ, ਇੱਥੇ ਤੁਸੀਂ ਇਹਨਾਂ ਦੀ ਪਿਕ ਦੇਖ ਸਕਦੇ ਹੋ। ਇਹਨਾਂ ਨੂੰ ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਨਿਯੁਕਤ ਕੀਤਾ ਗਿਆ। ਕਿਉਂ ਕੀਤਾ ਗਿਆ ਤੁਹਾਨੂੰ ਮੈਂ ਹੁਣੇ ਹੀ ਪਹਿਲੇ ਕੁਐਸਚਨ ਦੇ ਵਿੱਚ ਦੱਸਿਆ ਕਿ ਜੋ ਇੱਥੇ ਦੇ ਪਹਿਲੇ ਪ੍ਰਧਾਨ ਮੰਤਰੀ ਸੀ यासिन, ਇਹਨਾਂ ਨੇ ਨੋ ਕੌਨਫੀਡੈਂਸ ਮੋਸ਼ਨ ਨੂੰ ਹਾਰਿਆ ਔਰ ਰਿਜ਼ਾਈਨ ਕਰ ਦਿੱਤਾ। ਤਾਂ ਇਸੇ ਕਰਕੇ ਹੀ ਫਿਰ ਇਹਨਾਂ ਨੇ यासिन ਦੀ ਜਗ੍ਹਾ ਪ੍ਰਧਾਨ ਮੰਤਰੀ ਦਾ ਪਦ ਹੁਣ ਸੰਭਾਲ ਲਿਆ। ਇਸ ਤੋਂ ਪਹਿਲਾਂ ਵੀ ਇਹ ਮਲੇਸ਼ੀਆ ਦੇ ਉਪ ਪ੍ਰਧਾਨ ਮੰਤਰੀ ਦੇ ਵਜੋਂ ਕਾਬਜ ਸੀ। ਓਕੇ, ਤੇ ਫਿਰ ਹੁਣ ਇਹਨਾਂ ਨੇ ਪ੍ਰਧਾਨ ਮੰਤਰੀ ਦਾ ਪਦ ਸੰਭਾਲਿਆ ਹੈਗਾ। ਇਸ ਤੋਂ ਬਾਅਦ ਦੇਖੋ ਜਿਹੜੇ ਯਾਕੂਬ ਹੈਗੇ ਆ ਇਹਨਾਂ ਦੀ ਨਿਯੁਕਤ ਕੀਤੀ ਗਈ ਮਲੇਸ਼ੀਆ ਦੇ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ। ਓਕੇ, ਇਹਨਾਂ ਵੱਲੋਂ
इस तो बाद इत्थे तुसीं देख पा रहे हो मलेशिया की लोकेशन। तो देखियो जो मलेशिया है ना, ये 2 लैंड मासिस का एक ग्रुप है। ओके, यानी कि इनका जो दो पार्ट्स ने ना, इन्हां दे विचकार एक सी है जिसका नाम है साउथ चाइना सी। ओके, और साउथ चाइना सी ही मलेशिया नूं सैपरेट करता है 2 पार्ट्स दे विच। इनके जिहड़े 2 रीजनस है, इन्हां दे नाम ने पेनिनसुलर मलेशिया एंड ईस्ट मलेशिया। तो ये क्योंकि न्यूज़ विच है, तो तुसीं ये जरूर याद रखना कि पेनिनसुलर मलेशिया एंड ईस्ट मलेशिया के विचकार केड़ी वाटर बॉडी है, इसका नाम है साउथ चाइना सी। ऑल राइट। मलेशिया की कैपिटल कुआलालंपुर, किंग ने अब्दुल्ला एंड करेंसी रहेगी रिंगिट। अगर आप करंट नाल रिलेट करते हैं तो जो मलेशिया है, इन्होंने वर्ल्ड की पहली जो अफोर्डेबल यानी कि सस्ती एंड इफेक्टिव ड्रग बनी है केड़ी बीमारी दे लई, हैपेटाइटिस सी दे लई। ओके, इनू इन्होंने रजिस्टर कर लिया है। ओके, और ये जो ड्रग हैगी है, इनका नाम रखा गया है रेविडेसिविर। ऑल राइट। और देखो एक ही अप्रूवल मिली है कि पहला एक ड्रग चल रही है जिसका नाम है सोफोबुविर। इन्हां दोनों नूं ही मिला के यूज़ किया जाएगा, जिस दे नाल की जो हैपेटाइटिस सी है इहदे नाल लड़िया जा सकेगा। ऑल राइट। और जिहड़ी हैपेटाइटिस सी बीमारी है, इस दे लई कोई भी वैक्सीनेशन हाले तक नहीं बनी, कोई टीका हाले तक नहीं बनया। ऑल राइट। और इहदी जो मैडिसिन है, ये बहुत ही ज़्यादा कोस्टली हुंदी है, जिस दे करके जिहड़ी मीडियोकर फैमिलीज़ ने वो इहदा इलाज नहीं करवा पांदियां सी। इसे करके ही इस अफोर्डेबल इफेक्टिव मैडिसिन नूं लिआंदा गया। ओके, तो स्टूडेंट्स इत्थे तुसीं याद रखना कि जिहड़े अजकल दे आपां सैशन कर रहे हैं 2 to 3 डेज़ दे इकट्ठे हो रहे हैं। राइट। तो इस करके मैं 15 क्वेश्चन तुहानूं करवांदी हाँ, बट उस वीक दे विच जिन्ने भी करंट अफेयर्स आए हुंदे हैं ना, मैं उन्हां नूं ऐसे ही सैशन दे विच जिहदे विच प्रीवियस करंट में पांदी है ना, उहदे विच कवर कर दिता जाता है। ओके, इसलिए ये वाले जो लास्ट के जिहड़े करंट आते हैं हर क्वेश्चन के, इनू तुसीं ध्यान नाल देख लिया करो, क्योंकि इसे ही क्वेश्चन के विचों तुहाडे एक क्वेश्चन चों 10 to 12 क्वेश्चन निकल जाते हैं। ओके, इस तो बाद जो मलेशिया है, इन्होंने एपेक यानी कि एशिया पैसिफिक इकोनॉमिक कॉपरेशन इनू होस्ट किया नवंबर 2020 दे विच। जो अपनी गवर्नमेंट ऑफ इंडिया है, इन्होंने मलेशिया तो आने वाले कैलकुलेटर्स के उपर एक एंटी डंपिंग ड्यूटी लगाई है। ऑल राइट। तो ये किस लिए लगाई गई है, जिहड़े मलेशिया तो आपां कैलकुलेटर इंपोर्ट करते हैं, ये अपनी जिहड़ी डोमैसटिक मार्केट है, यानी कि वो वाली मार्केट जो इंडिया दे विच ही कैलकुलेटर्स नूं बनाती है, उन्हां दे नालों काफ़ी ज़्यादा सस्ते हुंदे ने। ओके, इस करके जिहड़ी अपनी पब्लिक है वो की करेगी, ऑब्वियसली जिहड़ी चीज़ सस्ती है वो खरीदेगी। तो इस करके जो अपनी डोमैसटिक मार्केट है उन्होंने बहुत ज़्यादा नुकसान हो रहा सी, इसलिए ही मलेशिया के कैलकुलेटर्स नूं थोड़ा महंगा करने के लिए उन्हां दे उपर एंटी डंपिंग ड्यूटी नूं इंपोज किया गया। क्वेश्चन नंबर 3, हु इज़ द ऑथर ऑफ द बुक लाहौर, बुक 1 ऑफ द पार्टीशन ट्रायोलॉजी। तो इस किताब के आप लेखक दसने हैं। ये बुक अपने लिए पंजाब पॉइंट ऑफ व्यू के नाल बहुत ही ज़्यादा इंपॉर्टेंट बुक है। इन्हां दे राइटर का नाम है मनरीत सोढ़ी। ऑल राइट। तो देखो इन्हां अवार्ड विनिंग राइटर ने मनरीत सोढ़ी सोमेश्वर। राइट। और इन्हां ने इस बुक नूं लिखिया है। इस बुक दे विच जदों अपनी इंडिया एंड पाकिस्तान की पार्टीशन हुई सी ना, उस टाइम की ट्रैजेडी नूं दिखाया गया। ऑल राइट। और ये दस्सिया गया कि जिहड़े आम लोग है उन्हां दे उपर इस ट्रैजेडी का की असर होया सी, और स्पैशली ये दिल्ली, लाहौर, कश्मीर एंड हैदराबाद की जो पब्लिक है उन्होंने उपर बंटवारे के टाइम पर जो उन्होंने दशा हुई है, जो उन्होंने उपर बुरे प्रभाव पे है, उस दे बारे विच गल की गई है। हुण अपने लिए ज़्यादा इंपॉर्टेंट क्यों ने, क्योंकि जिहड़े मनरीत सोढ़ी ने ना, ये पंजाब तो ही बिलोंग करते हैं और एट प्रेजेंट ये न्यूयॉर्क दे विच रहिंदे है। ओके, अगर आप इन्हां दियां कुछ होर इंपॉर्टेंट बुक्स देखते हैं तो लॉन्ग वॉक होम, द रेडियंस ऑफ द 1000 सन्स, गर्ल्स एंड द सिटी, दैन मेहरुनिसा ट्रायोलॉजी, ये ताज दी कॉन्स्पिरेंसी के उपर हैगी है मेहरुनिसा ट्रायोलॉजी। और जिहड़ा कोहिनूर हीरा सीगा उन्होंने किस तरह बाहर वाले देशों के पहुँचा दिता गया, उसके बारे में गल की गई है। ओके, और नीचे मैं तुहानूं करंट दे विच कुछ बुक्स आईयां जिहड़ियां उन्हां दी लिस्ट प्रोवाइड की है, ये तुसीं जरूर पढ़ लेना। ऑल राइट। देखो मैं तुहानूं जदों भी बुक्स एंड डेज आते हैं तो मैं उन्होंने तुहानूं पूरा पढ़ के नहीं सुनाती। राइट। अगर तुहानूं लगता है कि ये चीज़ कन्वीनियंट है दैन ओके, अदरवाइज तुसीं मैनूं कमेंट सैक्शन दे विच दस देना तो मैं तुहानूं तुहाडे लई रीड भी कर दिया करूँगी। ओके, क्वेश्चन नंबर 4, इन विच कंट्री वर्ल्ड्स फर्स्ट फॉसिल फ्री स्टील मैन्युफैक्चर। तो दुनिया का पहला जीवाश्म मुक्त स्टील का निर्माण एक किहड़े देश दे विच कीता गया है।
ਤਾਂ ਇਸ ਦੇਸ਼ ਦਾ ਨਾਮ ਹੈਗਾ ਸਵੀਡਨ। ਆਲ ਰਾਈਟ, ਤਾਂ ਜਿਹੜਾ ਸਵੀਡਨ ਦਾ ਗ੍ਰੀਨ ਸਟੀਲ ਵੈਂਚਰ ਹੈ ਹਾਈਬ੍ਰਿਡ, ਇਹਨਾਂ ਨੇ ਕੋਲੇ ਦਾ ਉਪਯੋਗ ਨਹੀਂ ਕੀਤਾ ਔਰ ਨਾ ਹੀ ਇਹਨਾਂ ਨੇ ਕੋਕ ਦਾ ਉਪਯੋਗ ਕੀਤਾ ਹੈ, ਯਾਨੀ ਕਿ ਨਾ ਕੋਲਾ ਯੂਜ਼ ਕੀਤਾ ਨਾ ਹੀ ਕੋਕ ਯੂਜ਼ ਕੀਤਾ। ਇਹਦੇ ਤੋਂ ਬਿਨਾਂ ਹੀ ਇਹਨਾਂ ਨੇ ਸਟੀਲ ਦਾ ਨਿਰਮਾਣ ਕਰ ਲਿਆ, ਯਾਨੀ ਕਿ ਇਸਪਾਤ ਦਾ ਨਿਰਮਾਣ ਕਰ ਲਿਆ। ਆਲ ਰਾਈਟ, ਔਰ ਇਸ ਦੇ ਨਾਲ ਨਾਲ ਇਹ ਦੁਨੀਆ ਦੇ ਵਿੱਚ ਪਹਿਲੇ ਇੱਦਾਂ ਦਾ ਦੇਸ਼ ਬਣ ਗਿਆ ਜਿਨ੍ਹਾਂ ਨੇ ਕਿ ਕਸਟਮਰ ਨੂੰ ਇਹਦੀ ਡਿਲੀਵਰੀ ਵੀ ਦੇ ਦਿੱਤੀ ਹੈ। ਇਹਨਾਂ ਨੇ ਡਿਲੀਵਰੀ ਦਿੱਤੀ ਹੈ ਵੋਲਵੋ ਨੂੰ। ਆਲ ਰਾਈਟ, ਔਰ ਇਸ ਸਟੀਲ ਨੂੰ ਫਿਰ ਬਣਾਇਆ ਕਿਹਦੀ ਮਦਦ ਨਾਲ ਗਿਆ ਤਾਂ ਕੋਕ ਔਰ ਕੋਲਾ ਯੂਜ਼ ਨਾ ਕਰਕੇ ਇਸ ਦੇ ਵਿੱਚ ਹਾਈਡਰੋਜਨ ਦੀ ਯੂਜ਼ ਕੀਤਾ ਗਿਆ। ਓਕੇ, ਔਰ ਇਸ ਟੈਕਨੋਲੋਜੀ ਦਾ ਨਾਮ ਰਹੇਗਾ ਹਾਈਡਰੋਜਨ ਬ੍ਰੇਕ ਥਰੂ ਆਇਰਨ ਮੇਕਿੰਗ ਟੈਕਨੋਲੋਜੀ, ਇਸੇ ਨੂੰ ਹੀ ਯੂਜ਼ ਕੀਤਾ ਗਿਆ। ਓਕੇ, ਔਰ ਇਹਦੇ ਵਿੱਚ ਇਹਨਾਂ ਨੇ 100% ਜੀਵਾਸ਼ਮ ਮੁਕਤ ਯਾਨੀ ਕਿ ਫੋਸਿਲ ਫ੍ਰੀ ਜੋ ਹਾਈਡਰੋਜਨ ਹੈ ਉਹਦਾ ਯੂਜ਼ ਕੀਤਾ ਹੈ ਔਰ ਇਹ ਇਹਨਾਂ ਦਾ ਇੱਕ ਟਰਾਇਲ ਸੀ। ਓਕੇ, ਔਰ ਐਸੇ ਟਰਾਇਲ ਨੂੰ ਹੀ ਇਹਨਾਂ ਨੇ ਵੋਲਵੋ ਨੂੰ ਡਿਲੀਵਰ ਕੀਤਾ ਹਾਲ ਹੀ ਦੇ ਵਿੱਚ। ਔਰ ਇਹ ਵਾਲੀ ਜੋ ਕੰਪਨੀ ਹੈ ਨਾ, ਇਹਨੂੰ 2016 ਦੇ ਵਿੱਚ ਹਾਈਬ੍ਰਿਡ ਪ੍ਰੋਜੈਕਟ ਨੂੰ ਸਟਾਰਟ ਕੀਤਾ ਗਿਆ ਸੀਗਾ ਔਰ ਇਹਦਾ ਮਕਸਦ ਵੀ ਸਪੈਸ਼ਲ ਇਹੀ ਹੈ ਕਿ ਫੋਸਿਲ ਫ੍ਰੀ ਜੋ ਇਸਪਾਤ ਹੈ ਯਾਨੀ ਸਟੀਲ ਹੈ ਉਹਦਾ ਨਿਰਮਾਣ ਕੀਤਾ ਜਾ ਸਕੇ। ਓਕੇ, ਸਵੀਡਨ ਦੀ ਕੈਪੀਟਲ ਹੈ ਸਟਾਕਹੋਮ, ਕਰੰਸੀ ਹੈ ਕਰੋਨਾ ਐਂਡ ਪੀਐਮ ਹੋ ਜਾਣਗੇ ਸਟੀਫਨ ਲੋਫਵੈਨ। ਆਲ ਰਾਈਟ, ਕਰੰਟ ਦੇ ਨਾਲ ਰਿਲੇਟ ਕਰੀਏ ਤਾਂ ਇੱਥੇ ਦੇ ਜੋ ਪੀਐਮ ਨੇ ਸਟੀਫਨ ਲੋਫਵੈਨ, ਇਹ ਪਹਿਲੇ ਇੱਦਾਂ ਦੇ ਪ੍ਰਾਈਮ ਮਿਨਿਸਟਰ ਬਣੇ ਆਪਣੀ ਕੰਟਰੀ ਦੇ ਜਿਨ੍ਹਾਂ ਨੇ ਕਿ ਨੋ ਕੌਨਫੀਡੈਂਸ ਵੋਟ ਨੂੰ ਹਾਰਿਆ ਸੀ। ਓਕੇ, ਪਰ ਬਾਅਦ ਦੇ ਵਿੱਚ ਇਹਨਾਂ ਨੇ ਆਪਣੀ ਮੈਜੋਰਿਟੀ ਇੱਥੇ ਸਾਬਿਤ ਵੀ ਕਰ ਦਿੱਤੀ। ਔਰ ਇੱਥੇ ਇੱਕ ਯੂਨੀਵਰਸਿਟੀ ਹੈ ਸਵੀਡਨ ਦੇ ਵਿੱਚ, ਯੂਨੀਵਰਸਿਟੀ ਆਫ ਗੋਥਨਬਰਗ। ਇਹਨਾਂ ਨੇ ਇੱਕ ਰਿਸਰਚ ਕੀਤੀ ਹੈ ਕਿਸ ਦੇ ਉੱਪਰ, ਐਂਟਾਰਕਟਿਕਾ ਦੇ ਵਿੱਚ ਇੱਕ ਗਲੇਸ਼ੀਅਰ ਹੈ ਜਿਸ ਦਾ ਨਾਮ ਹੈ ਥਵੇਟਸ ਗਲੇਸ਼ੀਅਰ, ਜਿਸ ਨੂੰ ਕਿ ਡੂਮਸਡੇ ਗਲੇਸ਼ੀਅਰ ਵੀ ਬੋਲਿਆ ਜਾਂਦਾ ਹੈ। ਆਲ ਰਾਈਟ, ਔਰ ਇਹ ਲਗਾਤਾਰ ਪਿਘਲ ਰਿਹਾ ਹੈ। ਐਸੇ ਦੇ ਬਾਰੇ ਦੇ ਵਿੱਚ ਹੀ ਰਿਸਰਚ ਕੀਤੀ ਗਈ ਹੈ ਔਰ ਇਹਨਾਂ ਨੇ ਬੋਲਿਆ ਕਿ ਜਿੰਨੀ ਤੇਜ਼ੀ ਨਾਲ ਆਪਾਂ ਸੋਚ ਰਹੇ ਸੀ ਉਸ ਤੋਂ ਕਿਤੇ ਜ਼ਿਆਦਾ ਤੇਜ਼ੀ ਦੇ ਨਾਲ ਇਹ ਵਾਲਾ ਗਲੇਸ਼ੀਅਰ ਪਿਘਲ ਰਿਹਾ ਹੈ। ਇਸ ਲਈ ਆਪਾਂ ਨੂੰ ਜੋ ਟੈਂਪਰੇਚਰ ਹੈਗਾ ਇਹਨੂੰ ਵਧਾਉਣਾ ਪਏਗਾ ਔਰ ਜੋ ਗ੍ਰੀਨ ਹਾਊਸ ਗੈਸਿਸ ਹੈ ਨਾ ਜੋ ਆਪਾਂ ਐਮਿਟ ਕਰਦੇ ਰਹਿੰਦੇ ਹਾਂ ਇਨਵਾਇਰਨਮੈਂਟ ਦੇ ਵਿੱਚ, ਉਹਨੂੰ ਖਤਮ ਕਰਨਾ ਪੈਣਾ। ਓਕੇ, ਤਾਂ ਇਸ ਗਲੇਸ਼ੀਅਰ ਦਾ ਤੁਸੀਂ ਨਾਮ ਜ਼ਰੂਰ ਯਾਦ ਰੱਖੋਗੇ। ਆਫਟਰ ਦੈਟ ਜੋ ਸਵੀਡਨ ਹੈ ਇਹਨਾਂ ਨੇ ਫੂਡ ਪਲੈਨਟ ਪ੍ਰਾਈਜ਼ ਨੂੰ ਵੀ ਸਟਾਰਟ ਕੀਤਾ ਹੈ। ਇਸ ਦੇ ਵਿੱਚ $1 ਮਿਲੀਅਨ ਦਾ ਪ੍ਰਾਈਜ਼ ਦਿੱਤਾ ਜਾਣਾ ਹੈ। ਇਸ ਨੂੰ ਕਿਸ ਲਈ ਸ਼ੁਰੂ ਕੀਤਾ ਗਿਆ ਤਾਂ ਕਿ ਬਿਲੀਅਨ ਆਫ ਪੀਪਲ ਜੋ ਹੈਗੇ ਆ ਇਹਨਾਂ ਨੂੰ ਫੀਡ ਕੀਤਾ ਜਾ ਸਕੇ, ਯਾਨੀ ਇਹਨਾਂ ਨੂੰ ਖਾਣਾ ਪ੍ਰੋਵਾਈਡ ਕੀਤਾ ਜਾ ਸਕੇ। ਆਲ ਰਾਈਟ, ਇਹਦੇ ਵਿੱਚ ਇਹਨਾਂ ਨੇ ਏਮ ਕੀ ਰੱਖਿਆ ਹੈ ਕਿ ਜੋ ਆਪਣੇ ਕਲਾਈਮੇਟ ਚੇਂਜ ਆ ਰਿਹਾ ਹੈ ਇਸ ਦੇ ਕਰਕੇ ਜੋ ਆਪਣੀ ਫੂਡ ਸਪਲਾਈ ਦੀ ਚੇਨ ਹੈ ਪੂਰੇ ਵਰਲਡ ਦੀ, ਉਹਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਓਕੇ, ਇਸੇ ਕਰਕੇ ਹੀ ਅਵੇਅਰਨੈਸ ਫੈਲਾਈ ਜਾਏਗੀ ਪਬਲਿਕ ਦੇ ਵਿੱਚ ਔਰ ਇਹਨੂੰ ਹਰ ਸਾਲ ਅਵਾਰਡ ਦਿੱਤਾ ਜਾਣਾ ਹੈ। ਆਲ ਰਾਈਟ, ਔਰ ਇਹਦੇ ਵਿੱਚ ਈਟਿੰਗ ਹੈਬਿਟਸ ਜੋ ਹੈ ਇਹਨੂੰ ਚੇਂਜ ਕੀਤਾ ਜਾਊਗਾ। ਜਿਹੜੀ ਵੇਸਟ ਹੈ ਯਾਨੀ ਕਿ ਜੋ ਆਪਾਂ ਖਾਣੇ ਦੀਆਂ ਥਾਲੀਆਂ ਦੇ ਵਿੱਚ ਖਾਣਾ ਬਚਾ ਦਿੰਦੇ ਆ ਇਹਨੂੰ ਘਟਾਇਆ ਜਾਣਾ ਹੈ। ਇਸ ਦੇ ਨਾਲ ਨਾਲ ਜੋ ਫੂਡ ਦੀ ਪ੍ਰੋਡਕਸ਼ਨ ਹੈ ਇਸ ਨੂੰ ਵੀ ਇੰਪਰੂਵ ਕੀਤਾ ਜਾਏਗਾ। ਆਲ ਰਾਈਟ, ਇੰਡੀਆ ਐਂਡ ਸਵੀਡਨ ਇਹਦੇ ਜੋ ਪ੍ਰਾਈਮ ਮਿਨਿਸਟਰ ਸੀਗੇ ਇਹਨਾਂ ਨੇ ਇੱਕ ਵਰਚੁਅਲ ਸਮਿਟ ਕੀਤੀ ਬਾਇਲੇਟਰਲ ਇਸ਼ੂਜ਼ ਦੇ ਉੱਪਰ ਕਨੈਕਟ ਕਰਨ ਦੇ ਲਈ, ਡਿਸਕਸ ਕਰਨ ਦੇ ਲਈ। ਆਲ ਰਾਈਟ, ਕੁਐਸਚਨ ਨੰਬਰ 5, who has won Zambia presidential elections? ਤਾਂ ਜੋ ਜ਼ਾਂਬੀਆ ਦੇ ਰਾਸ਼ਟਰਪਤੀ ਦੇ ਚੁਣਾਵ ਹੋਏ ਨੇ ਇਹਨਾਂ ਨੂੰ ਹਾਲ ਹੀ ਦੇ ਵਿੱਚ ਕਿੰਨਾ ਨੇ ਜਿੱਤਿਆ? ਇਹਨਾਂ ਦਾ ਨਾਮ ਰਹੇਗਾ ਹੈਕੈਂਡੇ ਹਿਚਿਲੈਮਾ। ਆਲ ਰਾਈਟ, ਤਾਂ ਅਗਰ ਆਪਾਂ ਇਹਨਾਂ ਦੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੀ ਪਾਰਟੀ ਹੈ ਯੂਨਾਈਟਿਡ ਪਾਰਟੀ ਫॉर ਨੈਸ਼ਨਲ ਡਿਵੈਲਪਮੈਂਟ। ਆਲ ਰਾਈਟ, ਔਰ ਇਹਨਾਂ ਨੇ 2021 ਦੇ ਜ਼ਾਂਬੀਆ ਦੇ ਜਨਰਲ ਪ੍ਰੈਸੀਡੈਂਸ਼ੀਅਲ ਇਲੈਕਸ਼ਨਸ ਨੂੰ ਜਿੱਤਿਆ। ਇਹਨਾਂ ਨੂੰ ਟੋਟਲ 59.38% ਜੋ ਹੈ ਵੋਟਾਂ ਮਿਲੀਆਂ ਸੀ। ਇਹਨਾਂ ਨੇ ਰਿਪਲੇਸ ਕਿਹਨਾਂ ਨੂੰ ਕੀਤਾ? ਐਡਗਰ ਲੁੰਗੂ ਨੂੰ। ਆਲ ਰਾਈਟ, ਇਸ ਤੋਂ ਬਾਅਦ ਅਗਰ ਆਪਾਂ ਜ਼ਾਂਬੀਆ ਦੀ ਗੱਲ ਕਰਦੇ ਹਾਂ ਤਾਂ ਇਹ ਇੱਕ ਲੈਂਡਲੌਕ ਕੰਟਰੀ ਹੈ। ਲੈਂਡਲੌਕ ਮਤਲਬ ਪੂਰੀ ਤਰ੍ਹਾਂ ਜ਼ਮੀਨ ਦੇ ਨਾਲ ਘਿਰੀ ਹੋਈ, ਇਹਦੇ ਚਾਰੋਂ ਪਾਸੇ ਤੁਹਾਨੂੰ ਕਿਤੇ ਵੀ ਕੋਈ ਓਸ਼ੀਅਨ ਨਜ਼ਰ ਨਹੀਂ ਆਊਗਾ। ਔਰ ਇਹ ਕਿਹੜੇ ਕੰਟੀਨੈਂਟ ਦੇ ਵਿੱਚ ਮਿਲੇਗੀ? ਤਾਂ ਇਹ ਮਿਲੇਗੀ ਤੁਹਾਨੂੰ ਅਫਰੀਕਨ ਕੰਟੀਨੈਂਟ ਦੇ ਵਿੱਚ। ਜ਼ਾਂਬੀਆ ਦੀ ਕੈਪੀਟਲ ਹੈ ਲਿਊਸਾਕਾ, ਕਰੰਸੀ ਹੋ ਜਾਏਗੀ ਕੁਆਚਾ। ਅਗਰ ਆਪਾਂ ਅਫਰੀਕਨ ਕੰਟੀਨੈਂਟ ਦੇ ਨਾਲ ਕੁਝ ਕਰੰਟ ਨੂੰ ਡਿਸਕਸ ਕਰੀਏ ਤਾਂ ਇੱਥੇ ਦੀ ਗੈਂਬੀਅਨ ਇੱਕ ਕੰਟਰੀ ਹੈ ਜੋ ਕਿ ਦੂਸਰੀ ਅਫਰੀਕਨ ਕੰਟਰੀ ਬਣੀ ਜਿਸ ਨੇ ਕਿ ਟ੍ਰੈਕੋਮਾ ਨਾਮ ਦੀ ਜੋ ਬਿਮਾਰੀ ਹੈ ਇਹਨੂੰ ਬਿਲਕੁਲ ਖਤਮ ਕਰ ਦਿੱਤਾ ਹੈ। ਓਕੇ, ਤਾਂ ਦੇਖੋ ਟ੍ਰੈਕੋਮਾ ਹੈ ਕਿ ਇਹ ਇੱਕ ਤਰ੍ਹਾਂ ਦਾ ਨਾ ਬੈਕਟੀਰੀਆ ਹੁੰਦਾ ਹੈ ਜਿਸ ਦੇ ਨਾਲ ਕਿ ਆਪਣੇ ਆਈ ਨੂੰ ਇਨਫੈਕਸ਼ਨ ਹੋ ਜਾਂਦੀ ਹੈ। ਓਕੇ, ਇਸ ਦੇ ਨਾਲ ਜੋ ਆਪਣੇ ਆਈ ਲਿਡ ਹੁੰਦੇ ਆ ਇਹ ਡੈਮੇਜ ਹੋ ਜਾਂਦੇ ਨੇ ਜਿਸ ਦੇ ਨਾਲ ਕਿ ਜੋ ਅੰਨਾਪਨ ਹੈ ਯਾਨੀ ਜੋ ਬਲਾਈਂਡਨੈਸ ਹੈ ਇਹ ਵੀ ਆ ਜਾਂਦੀ ਹੈ। ਓਕੇ,
अगर आप देखिए पहली इदां दी कंट्री किहड़ी सी अफ्रीका दे विच, तां 2018 दे विच घाना पहली कंट्री बनी जिसने कि ट्रैकोमा नाम की बीमारी के उपर काबू पाया सी। इस तो बाद इंडिया ने की किया, एक कंट्री है मेडागास्कर, उस दे विच बहुत ही ज़्यादा ड्रॉट आया, ओके, जिस दे करके इन्हां दी कंडीशन बहुत ज़्यादा बुरी सी और इंडिया ने इन्हां नूं हेल्प प्रोवाइड की है। 1000 मैट्रिक टन तो आप इत्थों अपने राइस भेजे है, ओके। इस दे नाल 1 लाख टैबलेट भेजी आप हाइड्रोक्सी क्लोरोक्वाइन दियां, ओके। और इन्हां नूं किहड़े नेवल शिप दे नाल भेजा गया है? जलाश्व, ये तुसीं याद रखोगे, ओके, शिप दा नाम। आफ्टर दैट जो इंडिया एंड अफ्रीका इन्हां दे डिफेंस मिनिस्टर्स ने एक कॉन्कलेव दे विच पार्टिसिपेट किया और ये पहली बारी पार्टिसिपेट किया गया डेफ एक्सपो दे विच, राइट। इहदे विच इन्हां ने जिन्ने भी डिफेंस दे रिलेशनस है उन्हां दे बारे दे विच डिस्कशन की। क्वेश्चन नंबर 6, What is the name of advisory group formed by WHO? यानी कि जो वर्ल्ड हेल्थ ऑर्गेनाइजेशन है इन्होंने एक सलाहकार समूह का गठन किया है, इसका नाम पूछा गया, ओके, तो ये रहेगा सैगो, ऑलराइट। सैगो की पहला आप फुल फॉर्म देख लेने, द इंटरनेशनल साइंटिफिक एडवाइजरी ग्रुप फॉर ऑरिजिन ऑफ नोवल पैथोजेंस, ऑलराइट, यानी कि सैगो। ये जो है ना एक नवा ग्रुप बनाया गया है एडवाइजरी ग्रुप। तो एडवाइजरी ग्रुप है तो ऑब्वियसली इनका काम की होगा वर्ल्ड हेल्थ ऑर्गेनाइजेशन को सलाह प्रोवाइड करना, ओके। पर अगर आप इनका मेन एम देखिए, मेन काम देखिए, तो ये की करेगा, एक सिस्टमैटिक वे दे नाल स्टडी करूगा, ऑलराइट, किस चीज़ की? जिन्नियां भी महामारियां आंदियां, पैंडेमिक्स आंदे ने, ओके, उन्हां दी की समर्था हैगी है, यानी कि केड़ा पैंडेमिक किन्ने ज़्यादा बुरे प्रभाव छड़ सकता है पूरी दुनिया दे विच, इस दे बारे दे विच रिसर्च की जाएगी, अध्ययन किया जाएगा, ऑलराइट। और ये जो स्टडी आएगी उस दे नाल फिर जो महामारियां इन्हां नूं निपटन दे विच बहुत ज़्यादा डेवलपमेंट की जा सकूगी। और इस दे नाल ये जो ग्रुप है ना, ये SARS-CoV-2 वायरस जो है इस दे बारे दे विच भी रिसर्च करूगा, ओके, और नाल फिर सलाह देगा, ऑलराइट। तो WHO ने फिर इस ग्रुप नूं कोशिश की है पूरी तरह ट्रांसपेरेंट ग्रुप बनाया जाए, इसलिए इन्होंने जिन्ने भी मैंबर कंट्रीज है उन्होंने नॉमीनेशंस के लिए ओपन कॉल की सी, ऑलराइट। WHO की गल करिए, इनू फाउंड किया गया 7 अप्रैल 1948 दे विच, ठीक है। और ऐसे दिन ही 7 अप्रैल नूं ही वर्ल्ड हेल्थ डे मनाया जाता है। एंड प्रेसिडेंट है टेड्रोस एधनॉम एंड हैडक्वार्टर मिलेगा तुहानूं स्विट्जरलैंड के जनेवा दे विच, ओके। करंट दे नाल रिलेट करते हैं तो वर्ल्ड हेल्थ ऑर्गेनाइजेशन ने बोलिया कि जो ट्रॉमा नाम की डिजीज़ है ना, ये अफगानिस्तान दे विच 3 गुना वध चुकी है, ऑलराइट। इस तो बाद इंडियन काउंसिल ऑफ मेडिकल रिसर्च ने एक स्टडी पेश की जिस दे विच बोलिया गया है कि कोविशील्ड एंड कोवैक्सीन अगर इन्हां दोनों डोज नूं मिला के यूज़ किया जाए तो अपनी इम्यूनिटी होर ज़्यादा बैटर हो सकती है। WHO एंड यूनीसेफ ने एक डाटा दिता है जिस दे विच कि चाइल्ड वैक्सीनेशन के बारे में गल की गई है और इन्होंने बोलिया है कि 2020 दे विच कोविड के दौरान इंडिया दे विच सब तो ज़्यादा इदां दे बच्चे मिले जिन्हों कि अपनी रैगूलर जो रूटीन दे विच मैडिसिन हुंदी है वो भी प्रोवाइड नहीं की जा सकी, ओके। और अपने PM मोदी इन्होंने लॉन्च की M योगा ऐप, इनू इंटरनेशनल डे ऑफ योगा वाले दिन लॉन्च किया गया, ओके। तो देखो तुसी मैनू ये वाले क्वेश्चन के आंसर नहीं देंदे जो मैं पुछदी हाँ, तुसी आज जरूर दसोगे कि जो योगा डे है इंटरनेशनल योगा डे कदों मनाया गया, ऑलराइट। तो WHO ने रिलीज़ किया एक हैंडबुक नू ताकि जो फूड बोर्न डिजीज़ है इन्हां दे बर्डन नू एसेस किया जा सके, ओके। क्वेश्चन नंबर 7, हु इज़ द राइटर ऑफ द बुक मिशन डोमिनेशन एंड अनफिनिश्ड क्वेस्ट। तो इस बुक के लेखक पूछे गए हैं, इसका नाम है बोथ, यानी कि बारिया मजूमदार एंड कुशान सरकार, इन्हां दोनों ने मिलके ही इस बुक नू लिखा है, ओके। और इनू पब्लिश किसने किया? साइमन एंड स्कच पब्लिश्ड इंडिया लिमिटेड, ओके। तो देखो इहदे विच बोलिया कि गया इस बुक दे विच दसिया गई हैं अपने इंडियन क्रिकेटर्स दियां छोटियां छोटियां स्टोरीज, जिस तरह कि ऋषभ पंत या फिर C पुजारा, R अश्विन, शुभम गिल या रोहित शर्मा, इन्हां सारियां दी ही जो छोटिया छोटिया स्टोरीज है, लाइफ स्टोरीज, उन्हां दे बारे विच इस बुक दे विच गल कीती गई है। इत्थे मैं तुहानूं जो पहला बुक्स दित्तियां सी ना उस तो बिना कुछ इंपॉर्टेंट बुक्स प्रोवाइड की हैं, ठीक है। इस लिस्ट नूं तुसीं बाद विच रीड जरूर कर लेना, ओके। क्वेश्चन नंबर 8,
ਜ਼ਾਇਰ ਅਲ ਬਹਿਰ ਨੇਵਲ ਐਕਸਰਸਾਈਜ਼ ਕੰਡਕਟਡ ਬਿਟਵੀਨ ਵਿਚ ਕੰਟਰੀਜ਼। ਤਾਂ ਜੋ ਜ਼ਾਇਰ ਅਲ ਬਹਿਰ ਨਾਮ ਦਾ ਇੱਕ ਨੌ ਸੈਨਾ ਅਭਿਆਸ ਹੈ ਜੋ ਨੇਵੀ ਵੱਲੋਂ ਕੀਤਾ ਜਾਂਦਾ ਹੈ, ਇਹਨੂੰ ਕਿਹੜੇ ਕਿਹੜੇ ਦੇਸ਼ਾਂ ਦੇ ਵਿਚਕਾਰ ਕੰਡਕਟ ਕੀਤਾ ਗਿਆ। ਤਾਂ ਇਹ ਤੁਸੀਂ ਯਾਦ ਰੱਖੋਗੇ ਕਿ ਇੰਡੀਆ ਐਂਡ ਕਤਰ ਦੇ ਵਿਚਕਾਰ ਇਹਨੂੰ ਕੀਤਾ ਗਿਆ। ਓਕੇ, ਤਾਂ ਇਸ ਦਾ ਐਡੀਸ਼ਨ ਕਿੰਨਾ ਸੀਗਾ? ਇਹਦਾ ਦੂਸਰਾ ਹੀ ਐਡੀਸ਼ਨ ਮਿਲੇਗਾ। ਆਲ ਰਾਈਟ, ਔਰ ਦੇਖੋ ਇਹਨੂੰ ਕੰਡਕਟ ਕੀਤਾ ਗਿਆ 9 ਤੋਂ ਲੈ ਕੇ 14 ਅਗਸਤ ਤੱਕ। ਰਾਈਟ, ਔਰ ਇਹਨੂੰ ਪਰਸ਼ੀਅਨ ਗਲਫ ਦੇ ਵਿੱਚ ਕੰਡਕਟ ਕੀਤਾ ਗਿਆ ਸੀ। ਇੰਡੀਆ ਵੱਲੋਂ ਇੰਡੀਅਨ ਨੇਵੀ ਨੇ ਪਾਰਟਿਸਿਪੇਟ ਕੀਤਾ, ਔਰ ਜੋ ਕਤਰ ਦੀ ਐਮੀਰੀ ਨੇਵਲ ਫੋਰਸ ਹੈ ਉਹਨਾਂ ਨੇ ਪਾਰਟਿਸਿਪੇਟ ਕੀਤਾ, ਔਰ ਇੰਡੀਆ ਦਾ ਜੋ INS ਤ੍ਰਿਕੈਂਡ ਹੈ ਨਾ, ਇਹਦੇ ਵੱਲੋਂ ਪਾਰਟਿਸਿਪੇਟ ਕੀਤਾ ਗਿਆ ਸੀ ਇਸ ਐਕਸਰਸਾਈਜ਼ ਦੇ ਵਿੱਚ। ਨਾਲ ਹੀ ਜੋ ਰੈਫੇਲ ਫਾਈਟਰ 에ਅਰਕ੍ਰਾਫਟ ਹੈ ਉਹਨਾਂ ਨੇ ਵੀ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ। ਓਕੇ, ਕਤਰ ਦੀ ਕੈਪੀਟਲ ਰਹੇਗੀ ਦੋਹਾ, ਕਰੰਸੀ ਹੈ ਰਿਆਲ, ਐਂਡ PM ਸ਼ੇਖ ਖਾਲਿਦ ਬਿਨ ਖਲੀਫਾ ਬਿਨ ਅਬਦੁਲ ਅਜ਼ੀਜ਼ ਅਲ ਥੈਨੀ। ਆਲਰਾਈਟ, ਔਰ ਕਰੰਟ ਦੇ ਨਾਲ ਅਗਰ ਆਪਾਂ ਡਿਫੈਂਸ ਨੂੰ ਰਿਲੇਟ ਕਰਦੇ ਹਾਂ ਤਾਂ ਆਪਣੇ ਇੰਡੀਆ ਦੀ ਜੋ ਤਿੰਨੋਂ ਹੀ ਆਰਮਡ ਫੋਰਸਿਸ ਹੈ, ਇਹਨਾਂ ਦੀ ਅਕੇਲੀ ਜੋ ਵਿਮਨ ਦੀ ਇੱਕ ਟੀਮ, ਯਾਨੀ ਕਿ ਸਿਰਫ ਜਿੰਦੇ ਵਿੱਚ ਔਰਤਾਂ ਸ਼ਾਮਿਲ ਸੀ, ਉਹ ਗਈਆਂ 75ਵੇਂ ਆਜ਼ਾਦੀ ਦਿਵਸ ਵਾਲੇ ਦਿਨ ਮਾਊਂਟ ਮਨੀਰੰਗ ਨੂੰ ਸਮਿਟ ਕਰਨ ਲਈ। ਓਕੇ, ਯਾਨੀ ਕਿ ਇਹਨਾਂ ਨੇ ਫਤਿਹ ਕਰ ਲਿਆ ਹੈਗਾ। ਔਰ ਇਹਦੀ ਲੋਕੇਸ਼ਨ ਤੁਸੀਂ ਇੰਪੋਰਟੈਂਟਲੀ ਯਾਦ ਰੱਖੋਗੇ, ਮਨੀਰੰਗ ਜੋ ਮਾਊਂਟ ਹੈ ਇਹ ਤੁਹਾਨੂੰ ਮਿਲੇਗੀ ਹਿਮਾਚਲ ਪ੍ਰਦੇਸ਼ ਦੇ ਵਿੱਚ। ਇਸ ਤੋਂ ਬਾਅਦ ਜੋ ਇੰਡੀਅਨ ਨੇਵੀ ਹੈ, ਇਹਨਾਂ ਨੇ ਇੱਕ ਮੈਰੀਟਾਈਮ ਯਾਨੀ ਕਿ ਸਮੁੰਦਰੀ ਐਕਸਰਸਾਈਜ਼ ਕੰਡਕਟ ਕੀਤੀ ਵੀਅਤਨਾਮ ਦੀ ਪੀਪਲਸ ਨੇਵੀ ਦੇ ਨਾਲ। ਇਸ ਨੂੰ ਸਾਊਥ ਚਾਈਨਾ ਸੀ ਦੇ ਵਿੱਚ ਕੰਡਕਟ ਕੀਤਾ ਗਿਆ ਸੀ, ਔਰ INS ਰਣਵਿਜੇ ਐਂਡ INS ਕੋਰਾ ਇਹਨਾਂ ਨੇ ਪਾਰਟਿਸਿਪੇਟ ਕੀਤਾ ਇਸ ਐਕਸਰਸਾਈਜ਼ ਦੇ ਵਿੱਚ। ਇਸ ਤੋਂ ਬਾਅਦ ਜੋ ਆਪਣੀ ਆਰਮੀ ਹੈ, ਇਹਨਾਂ ਨੇ 400 ਕਿਲੋਮੀਟਰ ਦੀ ਇੱਕ ਮੈਰਾਥਨ ਰਿਲੇ ਕਰਵਾਈ JNK ਦੇ ਵਿੱਚ। ਇਸ ਰਿਲੇ ਦਾ ਤੁਸੀਂ ਨਾਮ ਯਾਦ ਰੱਖਣਾ ਹੈ, ਜਜ਼ਬਾ-ਏ ਤਿਰੰਗਾ। ਓਕੇ, ਤਾਂ ਦੇਖੋ ਇਹ ਜੋ ਰਿਲੇ ਹੈਗੀ ਹੈ ਨਾ, ਇਹਦੇ ਵਿੱਚ ਇਹਨਾਂ ਨੇ ਜੋ ਆਪਣਾ ਇੰਡੀਆ ਹੈ ਇਸ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਓਕੇ, ਔਰ INS ਟੱਬਰ ਜੋ ਹੈ ਇਹਨੇ ਪਾਰਟਿਸਿਪੇਟ ਕੀਤਾ ਕੌਂਕਨ 2021 ਐਕਸਰਸਾਈਜ਼ ਦੇ ਵਿੱਚ। ਔਰ ਇਹ ਇੰਡੀਅਨ ਨੇਵੀ ਐਂਡ ਬ੍ਰਿਟੇਨ ਦੀ ਜੋ ਰਾਇਲ ਨੇਵੀ ਹੈ, ਇਹਨਾਂ ਦੋਨਾਂ ਦੇ ਵਿਚਕਾਰ ਹੀ ਕੰਡਕਟ ਕੀਤੀ ਗਈ ਸੀ। ਇੰਡੀਅਨ ਨੇਵੀ ਨੇ ਪਾਰਟਿਸਿਪੇਟ ਕੀਤਾ US ਨੇਵੀ ਵੱਲੋਂ ਕਰਵਾਈ ਜਾਂਦੀ ਮਲਟੀਨੈਸ਼ਨਲ ਸੀ ਕੈਟ ਨਾਮ ਦੀ ਐਕਸਰਸਾਈਜ਼। ਓਕੇ, ਸੀ ਕੈਟ ਦੀ ਫੁੱਲ ਫਾਰਮ ਹੈ ਸਾਊਥ ਈਸਟ ਏਸ਼ੀਆ ਕੋਆਪਰੇਸ਼ਨ ਐਂਡ ਟ੍ਰੇਨਿੰਗ। ਇਹਨੂੰ ਸਿੰਗਾਪੁਰ ਦੇ ਵਿੱਚ ਕੰਡਕਟ ਕੀਤਾ ਗਿਆ ਸੀ। ਇਸ ਤੋਂ ਬਾਅਦ ਇੰਡੀਅਨ 에ਅਰ ਫੋਰਸ ਨੇ ਦੁਨੀਆ ਦਾ ਹਾਈਐਸਟ ਮੋਬਾਈਲ ATC ਯਾਨੀ ਕਿ 에ਅਰ ਟ੍ਰੈਫਿਕ ਕੰਟਰੋਲ ਟਾਵਰ ਇਹਨੂੰ ਲਦਾਖ ਦੇ ਵਿੱਚ ਲਗਾਇਆ। ਓਕੇ, ਐਂਡ ਪਹਿਲੀ ਵਾਰੀ ਨੇਵਲ ਐਕਸਰਸਾਈਜ਼ ਕੰਡਕਟ ਕੀਤੀ ਗਈ ਸਾਊਦੀ ਅਰੇਬੀਆ ਐਂਡ ਇੰਡੀਆ ਦੇ ਵਿੱਚ। ਇਸ ਦਾ ਨਾਮ ਹੈ ਅਲ ਮੋਹਿਦ ਅਲ ਹਿੰਦੀ 2021 exercise. Okay, question number 9, which portal has been launched by Jitendra Singh to facilitate planning of new MG Narega assets? ਤਾਂ ਜੋ MG ਨਰੇਗਾ ਦੀ ਸੁਵਿਧਾ ਦੇਣ ਦੇ ਵਾਸਤੇ ਜਤਿੰਦਰ ਸਿੰਘ ਦੇ ਵੱਲੋਂ ਕਿਹੜਾ ਪੋਰਟਲ ਲਾਂਚ ਕੀਤਾ ਗਿਆ? ਇਸ ਦਾ ਨਾਮ ਹੈ ਯੁਕਤ ਧਾਰਾ। ਓਕੇ, ਤਾਂ ਜਿਹੜੇ ਇਹ ਮਿਨਿਸਟਰ ਹੈਗੇ ਨੇ ਜਤਿੰਦਰ, ਇਹਨਾਂ ਦੇ ਕੋਲੋਂ ਸਟੇਟ ਦਾ ਇੰਡੀਪੈਂਡੈਂਟ ਚਾਰਜ ਹੈਗਾ ਮਿਨਿਸਟਰੀ ਆਫ ਸਾਇੰਸ ਐਂਡ ਟੈਕਨੋਲੋਜੀ ਦਾ। ਓਕੇ, ਇਸ ਦੇ ਨਾਲ ਨਾਲ ਇਹਨਾਂ ਦੇ ਕੋਲੋਂ ਯੂਨੀਅਨ ਮਿਨਿਸਟਰ ਆਫ ਸਟੇਟ ਫॉर PM ਆਫਿਸ, ਓਕੇ, ਮਿਨਿਸਟਰੀ ਆਫ ਪਰਸੋਨਲ, then public grievance and pension, डिपार्टमेंट ऑफ एटॉमिक एनर्जी एंड डिपार्टमेंट ऑफ स्पेस, ਇਹਨਾਂ ਦੇ ਵੀ ਐਡੀਸ਼ਨਲ ਚਾਰਜ ਮਿਲਣਗੇ। ਓਕੇ, ਔਰ ਇਹਨਾਂ ਨੇ ਹਾਲ ਹੀ ਦੇ ਵਿੱਚ ਇੱਕ ਪੋਰਟਲ ਲਾਂਚ ਕੀਤਾ ਕਿਸ ਲਈ? ਤਾਂ ਕਿ ਜੋ MG ਨਰੇਗਾ ਸਕੀਮ ਹੈ ਇਹਨੂੰ ਇਹਦੀ ਪਲੈਨਿੰਗ ਨੂੰ ਐਸੈਸ ਕੀਤਾ ਜਾ ਸਕੇ। ਓਕੇ, ਔਰ ਲੋਕਾਂ ਤੱਕ ਅੱਛੀ ਤਰ੍ਹਾਂ ਪਹੁੰਚਾਇਆ ਜਾ ਸਕੇ। ਔਰ ਇਹਦੇ ਵਿੱਚ ਨਾ ਰਿਮੋਟ ਸੈਂਸਿੰਗ ਦਾ ਯੂਜ਼ ਕੀਤਾ ਜਾਏਗਾ। ਇਸੇ ਦੇ ਨਾਲ ਹੀ ਸਾਰੀ ਇਨਫੋਰਮੇਸ਼ਨ ਨੂੰ ਕਲੈਕਟ ਕੀਤਾ ਜਾਣਾ ਹੈ। ਔਰ ਇਹ ਜੋ ਪੋਰਟਲ ਹੈ ਇਹਨੂੰ ਦੋ ਸੰਸਥਾਵਾਂ ਨੇ ਡੈਵਲਪ ਕੀਤਾ ਇਕੱਠੇ। ਇੱਕ ਤਾਂ ਹੈ ISRO, ਓਕੇ, ਯਾਨੀ ਆਪਣੀ ਸਪੇਸ ਏਜੰਸੀ। ਇਸ ਤੋਂ ਬਾਅਦ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ। ਆਲ ਰਾਈਟ, ਅਗਰ ਆਪਾਂ ਗੱਲ ਕਰਦੇ ਹਾਂ ਜੋ ਯੁਕਤ ਧਾਰਾ ਪੋਰਟਲ ਹੈ, ਇਹਨੂੰ ਨਾ ਅਲੱਗ-ਅਲੱਗ ਜੋ ਵੀ ਸਰਕਾਰ ਪਿੰਡਾਂ ਦੇ ਵਿਕਾਸ ਦੇ ਵਿੱਚ ਸੇ ਸਕੀਮਾਂ ਲੈ ਕੇ ਆਉਂਦੀ ਹੈ, ਇਹਨਾਂ ਸਾਰਿਆਂ ਨੂੰ ਹੀ ਕਵਰ ਕਰਨ ਦੇ ਲਈ ਬਣਾਇਆ ਗਿਆ। ਓਕੇ, ਸਿਰਫ MG ਨਰੇਗਾ ਹੀ ਇਹਦੇ 'ਚ ਕਵਰ ਨਹੀਂ ਹੋਏਗੀ। ਇਸ ਦੇ ਨਾਲ ਨਾਲ ਜਿਸ ਤਰ੍ਹਾਂ ਕਿ ਵਾਟਰ ਸ਼ੈਡ ਮੈਨੇਜਮੈਂਟ ਪ੍ਰੋਗਰਾਮ, then per drop more crop program, ਇਸ ਦੇ ਨਾਲ ਨਾਲ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ, ਇਹ ਸਾਰੇ ਹੀ ਇਸ ਪੋਰਟਲ ਦੇ ਵਿੱਚ ਕਵਰ ਕੀਤੇ ਜਾਣੇ ਆ। ਔਰ ਇਸ ਪੋਰਟਲ ਦੇ ਨਾਲ ਜਿੰਨੀਆਂ ਵੀ ਇਹ ਸਾਰੀਆਂ ਸਕੀਮਾਂ
ਇਹਨਾਂ ਦੀ ਗੁਣਵੱਤਾ ਨੂੰ ਤੈਅ ਕੀਤਾ ਜਾਊਗਾ, ਕੁਆਲਿਟੀ ਨੂੰ ਤੈਅ ਕੀਤਾ ਜਾਏਗਾ ਔਰ ਇਸ ਦੇ ਨਾਲ ਫਿਰ ਕੀ ਹੋਣਾ ਹੈ, ਜਿੰਨੀਆਂ ਵੀ ਸਕੀਮਾਂ ਇਹਨਾਂ ਨੂੰ ਹੋਰ ਵੀ ਜ਼ਿਆਦਾ ਉਪਯੋਗੀ ਬਣਾਉਣ ਦੇ ਵਿੱਚ ਹੈਲਪ ਮਿਲੇਗੀ। ਓਕੇ, ਹੁਣ ਆਪਾਂ ਇੱਥੇ ਗੱਲ ਕਰ ਰਹੇ ਸੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਾਰੰਟੀ ਐਕਟ ਦੀ। ਤਾਂ ਇਹ 2005 ਦੇ ਵਿੱਚ ਮਹਾਤਮਾ ਗਾਂਧੀ ਇੰਪਲੋਇਮੈਂਟ ਗਾਰੰਟੀ ਐਕਟ ਦੇ ਨਾਮ ਦੇ ਉੱਪਰ ਆਇਆ। ਬਾਅਦ ਦੇ ਵਿੱਚ ਇਸ ਦਾ ਨਾਮ ਬਦਲ ਕੇ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਾਰੰਟੀ ਐਕਟ ਕੀਤਾ ਗਿਆ। ਓਕੇ, ਔਰ ਇਹਦੇ ਵਿੱਚ ਨਾ ਰਾਈਟ ਟੂ ਵਰਕ ਜੋ ਹੈ ਇਹਦੀ ਗਾਰੰਟੀ ਦਿੱਤੀ ਜਾਂਦੀ ਹੈ ਆਪਣੀ ਭਾਰਤ ਦੀ ਗਵਰਨਮੈਂਟ ਵੱਲੋਂ। ਇਸ ਦੇ ਵਿੱਚ 100 ਦਿਨਾਂ ਦੀ ਜੋ ਮਜ਼ਦੂਰੀ ਹੈ, 100 ਦਿਨਾਂ ਦਾ ਜੋ ਕੰਮ ਹੈ, ਇਹ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਪ੍ਰੋਵਾਈਡ ਕੀਤਾ ਜਾਂਦਾ ਹੈ। ਓਕੇ, ਔਰ ਇਸ ਐਕਟ ਨੂੰ ਪਾਸ ਕੀਤਾ ਗਿਆ ਸੀ 23 ਅਗਸਤ 2005 ਦੇ ਵਿੱਚ। ਉਸ ਟਾਈਮ ਆਪਣੇ ਪ੍ਰਾਈਮ ਮਿਨਿਸਟਰ ਸੀਗੇ ਮਨਮੋਹਨ ਸਿੰਘ। ਓਕੇ, ਔਰ ਇਹਨੂੰ ਫਿਰ ਲਾਂਚ ਕਦੋਂ ਕੀਤਾ ਗਿਆ, 2 ਫੈਬਰਵਰੀ 2006 ਦੇ ਵਿੱਚ। ਹਾਲ ਹੀ ਦੇ ਵਿੱਚ ਕੁਝ ਵੈਬ ਪੋਰਟਲ ਐਂਡ ਸਕੀਮ ਲਾਂਚ ਕੀਤੇ ਗਏ, ਜਿੱਦਾਂ ਕਿ ਜੋ ਆਪਣੀ ਫਾਈਨਾਂਸ ਮਿਨਿਸਟਰੀ ਹੈ ਇਹਨਾਂ ਨੇ ਲਾਂਚ ਕੀਤਾ ਉਭਰਤੇ ਸਿਤਾਰੇ ਫੰਡ। ਇਹਨੂੰ ਕਿਸ ਲਈ ਲਾਂਚ ਕੀਤਾ ਗਿਆ, ਤਾਂ ਜਿੰਨੀਆਂ ਵੀ ਆਪਣੀਆਂ ਐਕਸਪੋਰਟ ਓਰੀਐਂਟਡ ਫਰਮਸ ਹੈ, ਯਾਨੀ ਕਿ ਐਦਾਂ ਦੀਆਂ ਫਰਮ ਜੋ ਇਸ ਤਰ੍ਹਾਂ ਦਾ ਸਮਾਨ ਬਣਾਉਂਦੀਆਂ ਹੈ ਜਿਸ ਨੂੰ ਕਿ ਭਾਰਤ ਦੇ ਵਿੱਚੋਂ ਨਿਰਯਾਤ ਕੀਤਾ ਜਾ ਸਕਦਾ ਹੈ। ਓਕੇ, ਉਹਨਾਂ ਦੇ ਲਈ, ਔਰ ਜਿਹੜੀਆਂ ਨਵੇਂ ਆਪਣੇ ਸਟਾਰਟਅਪ, ਨਵੀਆਂ ਆਪਣੀਆਂ ਫੈਕਟਰੀਜ਼ ਖੁੱਲ ਰਹੀਆਂ, ਉਹਨਾਂ ਦੇ ਲਈ ਇਹਨੂੰ ਲਾਂਚ ਕੀਤਾ ਗਿਆ। ਓਕੇ, ਇਸ ਤੋਂ ਬਾਅਦ PM ਗਤੀ ਸ਼ਕਤੀ ਸਕੀਮ ਨੂੰ ਲਾਂਚ ਕੀਤਾ ਗਿਆ, ਜਿਸ ਦੇ ਵਿੱਚ ਕਿ 100 ਕਰੋੜ ਰੁਪਏ ਰੱਖੇ ਗਏ ਹੈ, ਅਨਾਉਂਸ ਕੀਤੇ ਗਏ ਨੇ। ਇਸ ਨੂੰ 75th ਇੰਡੀਪੈਂਡੈਂਸ ਡੇ ਵਾਲੇ ਦਿਨ ਅਨਾਉਂਸ ਕੀਤਾ ਗਿਆ ਨਰਿੰਦਰ ਮੋਦੀ ਜੀ ਵੱਲੋਂ। ਓਕੇ, ਔਰ ਇਹਨੂੰ ਕਿਸ ਲਈ ਕੀਤਾ ਗਿਆ, ਤਾਂ ਕਿ ਜੋ ਆਪਣਾ ਇੰਡੀਆ ਹੈ ਇਸ ਦੇ ਵਿੱਚ ਇਨਫਰਾਸਟ੍ਰਕਚਰ ਦੀ ਗਰੋਥ ਕੀਤੀ ਜਾ ਸਕੇ ਔਰ ਨਾਲ ਹੀ ਯੂਥ ਦੇ ਲਈ ਇੰਪਲੋਇਮੈਂਟ ਦੀਆਂ ਜੋ ਅਪੋਰਚੁਨਿਟੀਜ਼ ਹੈ ਉਹਨਾਂ ਨੂੰ ਵੀ ਕ੍ਰੀਏਟ ਕੀਤਾ ਜਾ ਸਕੇ। ਇਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਸਟਾਰਟਅਪ ਇੰਡੀਆ ਸਕੀਮ ਨੂੰ 2025 ਤੱਕ ਐਕਸਟੈਂਡ ਕਰ ਦਿੱਤਾ ਹੈ। ਆਲਰਾਈਟ, ਇਹਨੂੰ ਲਾਂਚ ਕਦੋਂ ਕੀਤਾ ਗਿਆ ਸੀਗਾ, 2016 ਦੇ ਵਿੱਚ। ਔਰ ਇਸ ਦੇ ਅਧੀਨ ਲੋਨ ਪ੍ਰੋਵਾਈਡ ਕੀਤੇ ਜਾਂਦੇ ਹੈ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ੍ਰਾਈਬ ਔਰ ਵਿਮਨ ਨੂੰ। ਓਕੇ, ਤਾਂ ਕਿ ਉਹ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰ ਸਕਣ। ਇਸ ਤੋਂ ਬਾਅਦ ਜੋ ਆਪਣਾ ਨੈਸ਼ਨਲ ਆਯੂਸ਼ ਮਿਸ਼ਨ ਹੈ, ਇਸ ਨੂੰ ਵੀ 5 ਸਾਲ ਦੇ ਲਈ ਐਕਸਟੈਂਡ ਕਰ ਦਿੱਤਾ ਗਿਆ 2026 ਤੱਕ। ਓਕੇ, ਔਰ ਪਹਿਲੀ ਵਾਰੀ ਇਹਨੂੰ 2014 ਦੇ ਵਿੱਚ ਲਾਂਚ ਕੀਤਾ ਗਿਆ ਸੀ ਔਰ ਇਹਨੂੰ ਆਯੂਸ਼ ਮਿਨਿਸਟਰੀ ਵੱਲੋਂ ਇੰਪਲੀਮੈਂਟ ਕੀਤਾ ਜਾਂਦਾ ਹੈ। ਰਾਈਟ, ਔਰ ਇਹ ਕਿਸ ਲਈ ਹੁੰਦਾ ਹੈ, ਤਾਂ ਕਿ ਜੋ ਆਯੂਸ਼ ਦੀਆਂ ਸਰਵਿਸਿਜ਼ ਨੇ ਨਾ, ਇਹ ਸਾਰੇ ਹੀ ਲੋਕਾਂ ਨੂੰ ਕੋਸਟ ਇਫੈਕਟਿਵ ਯਾਨੀ ਕਿ ਨੋਰਮਲ ਕੋਸਟ ਦੇ ਉੱਪਰ ਪ੍ਰੋਵਾਈਡ ਕੀਤੀਆਂ ਜਾ ਸਕਣ। ਇਸ ਤੋਂ ਬਾਅਦ ਜੋ BCCI ਹੈ, ਇਹਨਾਂ ਨੇ 7 ਮੈਂਬਰ ਦਾ ਇੱਕ ਵਰਕਿੰਗ ਗਰੁੱਪ ਬਣਾਇਆ ਤਾਂ ਕਿ ਜੋ ਆਪਣਾ ਡੋਮੈਸਟਿਕ ਕ੍ਰਿਕਟ ਹੈ, ਯਾਨੀ ਜੋ ਆਪਣੇ ਇੰਡੀਆ ਦਾ ਕ੍ਰਿਕਟ ਹੈ, ਇਸ ਨੂੰ ਡਿਵੈਲਪ ਕੀਤਾ ਜਾ ਸਕੇ। ਗਵਰਨਮੈਂਟ ਆਫ ਇੰਡੀਆ ਨੇ 9 ਮੈਂਬਰਾਂ ਦਾ ਇੱਕ ਪੈਨਲ ਬਣਾਇਆ ਤਾਂ ਕਿ ਜੋ ਆਪਣਾ ਡਿਜੀਟਲ ਕਾਮਰਸ ਦਾ ਨੈਟਵਰਕ ਹੈ ਨਾ, ਇਹਨੂੰ ਅੱਛੀ ਤਰ੍ਹਾਂ ਡਿਵੈਲਪ ਕੀਤਾ ਜਾ ਸਕੇ ਓਪਨਲੀ। ਓਕੇ, ਤਾਂ ਕਿ ਜੋ ਡਿਜੀਟਲ ਮੋਨੋਪੋਲੀ ਹੈ ਇੱਕ ਹੀ ਬੰਦੇ ਦੇ ਹੱਥ ਵਿੱਚ ਨਾ ਜਾਏ। ਓਕੇ, ਇਸ ਤੋਂ ਬਾਅਦ ਦਿੱਲੀ ਗਵਰਨਮੈਂਟ ਨੇ ਲਾਂਚ ਕੀਤਾ ਜਹਾਂ ਵੋਟ ਵਹਾਂ ਵੈਕਸੀਨੇਸ਼ਨ ਕੈਂਪੇਨ। ਇਸ ਦੇ ਵਿੱਚ ਕੋਵਿਡ ਦੇ ਲਈ ਜਿਹੜੀਆਂ ਵੀ ਥਾਵਾਂ ਦੇ ਉੱਪਰ ਵੋਟਾਂ ਪੈਂਦੀਆਂ ਨਾ, ਉਹ ਵਾਲੀਆਂ ਸਾਰੀਆਂ ਹੀ ਥਾਵਾਂ ਦੇ ਉੱਪਰ ਵੈਕਸੀਨੇਸ਼ਨ ਨੂੰ ਵੀ ਪ੍ਰੋਵਾਈਡ ਕੀਤਾ ਗਿਆ ਪੋਲਿੰਗ ਬੂਥਸ ਦੇ ਉੱਪਰ। ਓਕੇ, ਇਸ ਤੋਂ ਬਾਅਦ ਜੋ ਲੱਦਾਖ ਦੇ LG ਹੈ RK ਮਾਥੁਰ, ਇਹਨਾਂ ਨੇ ਲਾਂਚ ਕੀਤਾ ਯੋਨ ਟੈਬ ਨਾਮ ਦੀ ਸਕੀਮ ਨੂੰ। ਓਕੇ, ਇਸ ਦੇ ਅੰਡਰ ਜੋ ਸਕੂਲ ਦੇ ਸਟੂਡੈਂਟਸ ਹੈ ਇਹਨਾਂ ਨੂੰ ਟੈਬਲੇਟਸ ਵੰਡੇ ਗਏ ਤਾਂ ਕਿ ਆਨਲਾਈਨ ਸਟੱਡੀ ਦੇ ਵਿੱਚ ਕੋਈ ਵੀ ਬਾਧਾ ਨਾ ਆ ਸਕੇ। ਜੋ CBSE ਹੈ, ਇਹਨਾਂ ਨੇ ਲਾਂਚ ਕੀਤਾ ਯੰਗ ਵਾਰੀਅਰਸ ਨਾਮ ਦੀ ਇੱਕ ਮੂਵਮੈਂਟ ਨੂੰ। ਓਕੇ, ਤਾਂ ਕਿ ਜੋ ਕੋਵਿਡ ਹੈ ਇਸ ਦੇ ਉੱਪਰ ਠੱਲ ਪਾਈ ਜਾ ਸਕੇ, ਇਸ ਨੂੰ ਕੰਬੈਟ ਕੀਤਾ ਜਾ ਸਕੇ। ਓਕੇ, ਔਰ ਇਸ ਦੇ ਵਿੱਚ ਕਰੀਬ 5 ਮਿਲੀਅਨ ਨੌਜਵਾਨਾਂ ਨੂੰ ਸ਼ਾਮਿਲ ਕੀਤਾ ਗਿਆ ਤਾਂ ਕਿ ਕੋਵਿਡ ਦੇ ਅਗੇਂਸਟ ਜੋ ਲੜਾਈ ਹੈ ਉਸ ਦੇ ਵਿੱਚ ਸਾਥ ਦੇ ਸਕਣ। Question number 10. Which organizations joined hands to launch Amrit Mahotsav Shri Shakti Innovation Challenge 2021? ਤਾਂ ਅੰਮ੍ਰਿਤ ਮਹੋਤਸਵ ਸ਼੍ਰੀ ਸ਼ਕਤੀ ਇਨੋਵੇਸ਼ਨ ਚੈਲੰਜ 2021 ਨੂੰ ਲਾਂਚ ਕਰਨ ਦੇ ਲਈ ਕਿਹੜੀਆਂ ਸੰਸਥਾਵਾਂ ਨੇ ਆਪਸ ਦੇ ਵਿੱਚ ਹੱਥ ਮਿਲਾਇਆ? ਤਾਂ ਇਹ ਹੈ MyGov ਐਂਡ UN Women। ਆਲਰਾਈਟ, ਤਾਂ ਦੇਖੋ ਪਹਿਲਾਂ ਆਪਾਂ ਇਹਦੇ ਏਮ ਦੀ ਗੱਲ ਕਰ ਲੈਂਦੇ ਹਾਂ। ਓਕੇ, ਫਿਰ ਆਪਾਂ ਇਹਨਾਂ ਦੋਨਾਂ ਸੰਸਥਾਵਾਂ ਦੇ ਬਾਰੇ ਵਿੱਚ ਦੇਖਾਂਗੇ। ਤਾਂ ਇਹਦਾ ਏਮ ਕੀ ਹੈਗਾ ਕਿ ਜੋ ਔਰਤਾਂ ਹੈ ਇਹਨਾਂ ਦੀ ਐਂਟਰਪ੍ਰੀਨਰਸ਼ਿਪ ਨੂੰ ਡਿਵੈਲਪ ਕੀਤਾ ਜਾ ਸਕੇ ਔਰ ਔਰਤਾਂ ਦੇ ਵਿੱਚ ਸੇਫਟੀ ਲਿਆਂਦੀ ਜਾ ਸਕੇ ਔਰ ਇਹਨਾਂ ਨੂੰ ਐਮਪਾਵਰ ਕੀਤਾ ਜਾ ਸਕੇ, ਇਹਨਾਂ ਨੂੰ ਬੂਸਟ ਕੀਤਾ ਜਾ ਸਕੇ। ਓਕੇ, ਔਰ ਇਹਨੂੰ ਨਾ ਬੋਲਿਆ ਗਿਆ ਕਿ ਨਾਰੀ ਸਸ਼ਕਤੀਕਰਨ ਦੇ ਲਈ ਵੀ ਪ੍ਰਮੋਟ ਕੀਤਾ ਜਾਏਗਾ। ਔਰ ਜੋ ਅੰਮ੍ਰਿਤ ਮਹੋਤਸਵ ਸ਼੍ਰੀ ਸ਼ਕਤੀ ਚੈਲੰਜ ਹੈ, ਇਹਨੂੰ ਕਿਹੜੀ ਇਦਾਂ ਦੀ ਸਕੀਮ ਹੈ ਜਿਸ ਦੇ ਅੰਡਰ ਇੰਪਲੀਮੈਂਟ ਕੀਤਾ ਜਾ ਰਿਹਾ ਹੈ
ਤਾਂ ਇਹ ਹੈ ਮਲਟੀ ਪਾਰਟਨਰ ਟਰਸਟ ਫੰਡ ਪ੍ਰੋਗਰਾਮ। ਓਕੇ, ਇਹਦੇ ਅਧੀਨ ਇਹਨੂੰ ਡਿਵੈਲਪ ਕੀਤਾ ਜਾਊਗਾ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਕਿ ਜੋ ਮਾਈ ਗੋਵ ਹੈ ਇਹ ਕੀ ਚੀਜ਼ ਹੈ। ਤਾਂ ਦੇਖੋ ਇਹ ਨਾ ਆਪਣੀ ਇੰਡੀਆ ਦੀ ਗਵਰਨਮੈਂਟ ਦੇ ਵੱਲੋਂ ਚਲਾਇਆ ਜਾ ਰਿਹਾ ਇੱਕ ਨਾਗਰਿਕਾਂ ਦੇ ਲਈ ਪ੍ਰੋਗਰਾਮ ਹੈ। ਓਕੇ, ਇਹਦੇ ਵਿੱਚ ਜਿਹੜੇ ਲੋਕ ਨੇ ਨਾ ਇੰਡੀਆ ਦੇ, ਇਹਨਾਂ ਨੂੰ ਅਧਿਕਾਰ ਦਿੱਤਾ ਗਿਆ ਹੈ ਤਾਂ ਕਿ ਇਹ ਗਵਰਨਮੈਂਟ ਆਫ ਇੰਡੀਆ ਦੇ ਨਾਲ ਡਾਇਰੈਕਟ ਜੁੜ ਸਕਣ। ਓਕੇ, ਔਰ ਇਹਨਾਂ ਨੂੰ ਜਿੰਨੇ ਵੀ ਇਹ ਸੈਸ਼ਨ ਕਰਦੇ ਨੇ, ਜਿੰਨੀਆਂ ਵੀ ਗਵਰਨਮੈਂਟ ਆਫ ਇੰਡੀਆ ਸਕੀਮਸ ਲੈ ਕੇ ਆਉਂਦੀ ਹੈ, ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ, ਆਪਣੇ ਸੁਝਾਅ ਦੇ ਸਕਣ। ਓਕੇ, ਔਰ ਐਸ ਪਲੇਟਫਾਰਮ ਦੇ ਤੌਰ ਦੇ ਉੱਪਰ ਦੋਨਾਂ ਹੀ ਚੀਜ਼ਾਂ ਨੂੰ ਯਾਨੀ ਕਿ ਗਵਰਨਮੈਂਟ ਔਰ ਨਾਗਰਿਕਾਂ ਨੂੰ ਆਪਸ ਦੇ ਵਿੱਚ ਕਰੀਬ ਲਿਆਂਦਾ ਜਾ ਰਿਹਾ ਹੈ। ਇਸੇ ਕਰਕੇ ਬੋਲਿਆ ਜਾ ਰਿਹਾ ਹੈ ਕਿ ਜਿਹੜੇ ਆਪਣੇ ਇੱਥੇ ਦੇ ਸਿਟੀਜ਼ਨਸ ਹੈ ਉਹ ਆਪਣੇ ਹੈਲਦੀ ਵਿਚਾਰ ਦੇ ਸਕਣਗੇ ਔਰ ਗਵਰਨਮੈਂਟ ਵੀ ਆਪਣੇ ਵਿਚਾਰਾਂ ਨੂੰ ਐਕਸਚੇਂਜ ਕਰ ਸਕੇਗੀ। ਇਸ ਦੇ ਲਈ ਹੀ ਇੱਕ ਇੰਟਰਫੇਸ ਬਣਾਇਆ ਗਿਆ। ਓਕੇ, ਮਾਈ ਗੋਵ ਦੇ ਨਾਮ ਦੇ ਉੱਪਰ। ਹੁਣ ਅਗਰ ਆਪਾਂ ਗੱਲ ਕਰਦੇ ਹਾਂ UN ਵਿਮਨ ਦੀ, ਤਾਂ ਇਹ ਕੀ ਹੈ? ਇਹ ਇੱਕ ਐਦਾਂ ਦੀ ਯੂਨਾਈਟਿਡ ਨੇਸ਼ਨ ਦੀ ਆਰਗੇਨਾਈਜੇਸ਼ਨ ਹੈ ਜੋ ਕਿ ਜੈਂਡਰ ਇਕੁਐਲਿਟੀ ਦੇ ਬਾਰੇ ਦੇ ਵਿੱਚ ਯਾਨੀ ਕਿ ਲਿੰਗ ਸਮਾਨਤਾ ਦੇ ਬਾਰੇ ਵਿੱਚ ਗੱਲ ਕਰਦੀ ਹੈ। ਓਕੇ, ਔਰ ਇਸ ਦੇ ਲਈ ਹੀ ਇਹ ਯੂਨਾਈਟਿਡ ਨੇਸ਼ਨ ਦੇ ਵੱਲੋਂ ਅਲੱਗ-ਅਲੱਗ ਜੋ ਪ੍ਰੋਗਰਾਮ ਚਲਾਏ ਜਾਂਦੇ ਆ ਉਹਨਾਂ ਦੇ ਲਈ ਕੋਆਰਡੀਨੇਟ ਕਰਦੀ ਹੈ। ਓਕੇ, ਹੁਣ ਇਸ ਤੋਂ ਬਾਅਦ ਆਪਾਂ ਕੁਝ ਰੀਸੈਂਟ ਨੈਸ਼ਨਲ ਨਿਊਜ਼ ਨੂੰ ਦੇਖ ਲੈਂਦੇ ਆ। ਜੋ ਆਪਣਾ ਨੀਤੀ ਆਯੋਗ ਹੈ ਇਹ ਔਰ WRI ਯਾਨੀ ਕਿ ਵਰਲਡ ਰਿਸੋਰਸਿਸ ਇੰਸਟੀਚਿਊਟ, ਇਹਨਾਂ ਨੇ ਜੁਆਇੰਟਲੀ ਲਾਂਚ ਕੀਤਾ ਫੋਰਮ ਆਫ ਡੀਕਾਰਬਨਾਈਜੇਸ਼ਨ ਡੀਕਾਰਬਨਾਈਜ਼ਿੰਗ ਟਰਾਂਸਪੋਰਟ ਇੰਡੀਆ ਦੇ ਵਿੱਚ। ਓਕੇ, ਇਹਦਾ ਏਮ ਕੀ ਹੈਗਾ? ਜਿੰਨੇ ਵੀ ਗ੍ਰੀਨ ਹਾਊਸ ਦੀ ਐਮਿਸ਼ਨ ਹੁੰਦੀ ਹੈ ਗੈਸਿਸ ਦੀ, ਇਹਨਾਂ ਨੂੰ ਸਪੈਸ਼ਲੀ ਟਰਾਂਸਪੋਰਟ ਦੇ ਏਰੀਆ ਦੇ ਵਿੱਚ ਘੱਟ ਕੀਤਾ ਜਾ ਸਕੇ। ਕਿਹੜੇ ਏਰੀਆ? ਸਪੈਸ਼ਲੀ ਏਸ਼ੀਆ ਦੇ ਵਿੱਚ। ਓਕੇ, ਔਰ ਇੰਡੀਆ ਨੇ ਲਾਂਚ ਕੀਤਾ ਯੂਨਾਈਟ ਅਵੇਅਰ ਪ੍ਰੋਗਰਾਮ। ਇਹਨੂੰ ਵੀ ਇਹ ਯੂਨਾਈਟਿਡ ਨੇਸ਼ਨ ਦੀ ਕੋਲੈਬੋਰੇਸ਼ਨ ਦੇ ਨਾਲ ਹੀ ਕੀਤਾ ਗਿਆ। ਕਿਸ ਲਈ? ਜੋ ਯੂਨਾਈਟਿਡ ਨੇਸ਼ਨ ਦੀ ਪੀਸ ਕੀਪਰ ਯਾਨੀ ਕਿ ਜੋ ਇਹਦੇ ਮਿਲਟਰੀ ਪਰਸੋਨਲ ਹੈ ਜਿਹਨੂੰ ਬੋਲਿਆ ਜਾਂਦਾ ਹੈ ਬਲੂ ਹੈਲਮਟ। ਓਕੇ, ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਨੂੰ ਪ੍ਰਮੋਟ ਕਰਨ ਦੇ ਲਈ। ਇਸ ਤੋਂ ਬਾਅਦ ਜੋ ਆਪਣੀ ਮਿਨਿਸਟਰੀ ਆਫ ਸੋਸ਼ਲ ਜਸਟਿਸ ਹੈ, ਇਹਨਾਂ ਨੇ ਲਾਂਚ ਕੀਤਾ ਈ ਸਟੱਡੀ ਪਲੇਟਫਾਰਮ ਜਿਸ ਦਾ ਨਾਮ ਹੈ ਤਪਸ। ਤਪਸ ਦੀ ਫੁੱਲ ਫਾਰਮ ਤੁਸੀਂ 100% ਯਾਦ ਰੱਖੋਗੇ, ਟ੍ਰੇਨਿੰਗ ਫॉर ਆਗਮੈਂਟਿੰਗ ਪ੍ਰੋਡਕਟਿਵਿਟੀ ਐਂਡ ਸਰਵਿਸਿਜ਼। ਆਲ ਰਾਈਟ, ਤਾਂ ਇਹਨੂੰ ਕਿਸ ਲਈ ਲਿਆਂਦਾ ਗਿਆ? ਤਾਂ ਕਿ ਨਾ ਮਤਲਬ ਫਿਲਮੀ ਜੋ ਲੈਕਚਰ ਹੈ ਉਹ ਜਾਂ ਫਿਰ ਈ ਸਟੱਡੀ ਦਾ ਜੋ ਮਟੀਰੀਅਲ ਹੈ ਉਹ ਪ੍ਰੋਵਾਈਡ ਕੀਤਾ ਜਾ ਸਕੇ ਸੋਸ਼ਲ ਡਿਫੈਂਸ ਦੇ ਫੀਲਡ ਦੇ ਵਿੱਚ। ਓਕੇ, ਇਸ ਤੋਂ ਬਾਅਦ ਆਪਰੇਸ਼ਨ ਬਲੂ ਫਰੀडम, ਇਹਨੂੰ ਫਲੈਗ ਆਫ ਕੀਤਾ ਗਿਆ ਆਪਣੇ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਮਿਨਿਸਟਰ ਡਾਕਟਰ ਵਿਰੇਂਦਰ ਕੁਮਾਰ ਵੱਲੋਂ। ਓਕੇ, ਤਾਂ ਇਹਨੇ ਨਾ ਇੱਕ ਰਿਕਾਰਡ ਬਣਾਇਆ। ਇਹਦੇ ਵਿੱਚ ਸਾਰੇ ਹੀ ਐਦਾਂ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਜੋ ਕਿ ਡਿਸਐਬਿਲਿਟੀ ਦੇ ਸ਼ਿਕਾਰ ਨੇ। ਓਕੇ, ਔਰ ਇਹਨਾਂ ਨੂੰ ਪੂਰੀ ਹੀ ਕੰਟਰੀ ਦੇ ਵਿੱਚੋਂ ਲਿਆਂਦਾ ਗਿਆ। ਔਰ ਇਹਦੇ ਵਿੱਚ ਕੀ ਬੋਲਿਆ ਗਿਆ ਕਿ ਜੋ ਸਿਆਚਿਨ ਗਲੇਸ਼ੀਅਰ ਹੈ ਨਾ, ਇਹਨੂੰ ਇਹਨਾਂ ਨੇ ਸਬਮਿਟ ਕਰਨਾ ਸੀ। ਓਕੇ, ਔਰ ਇਹ ਤੁਹਾਨੂੰ ਪਤਾ ਹੀ ਹੋਏਗਾ ਕਿ ਜੋ ਸਿਆਚਿਨ ਗਲੇਸ਼ੀਅਰ ਹੈ ਇਹ ਪੂਰੇ ਵਰਲਡ ਦਾ ਹਾਈਐਸਟ ਬੈਟਲ ਫੀਲਡ ਹੈ। ਠੀਕ ਹੈ, ਤੇ ਇਹ ਪਹਿਲੀ ਐਦਾਂ ਦੀ ਡਿਸੇਬਲ ਪਰਸਨਸ ਦੀ ਟੀਮ ਬਣੀ ਜਿਨ੍ਹਾਂ ਨੇ ਕਿ ਸਿਆਚਿਨ ਗਲੇਸ਼ੀਅਰ ਨੂੰ ਸਰ ਕੀਤਾ। ਇਸ ਤੋਂ ਬਾਅਦ PM ਮੋਦੀ ਇਹਨਾਂ ਨੇ ਇੰਡੀਆ ਦਾ ਇੱਕ ਟਾਰਗੇਟ ਰੱਖਿਆ ਆ ਕਿ એનર્ਜੀ ਇੰਡੀਪੈਂਡੈਂਟ ਬਣ ਜਾਾਂਗੇ, ਯਾਨੀ ਕਿ ਅਸੀਂ ਪੂਰੀ ਦੀ ਪੂਰੀ એનર્ਜੀ ਨੂੰ ਖੁਦ ਹੀ ਪ੍ਰੋਡਿਊਸ ਕਰਾਂਗੇ 2047 ਤੱਕ। ਓਕੇ, ਤਾਂ 2047 ਦੇ ਵਿੱਚ ਆਪਾਂ ਖੁਦ ਦਾ 100ਵਾਂ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰਨਾ ਹੈ। ਉਸੇ ਦਿਨ ਨੂੰ ਹੀ ਬੋਲਿਆ ਹੈਗਾ ਕਿ ਅਸੀਂ ਇਹ ਵਾਲਾ ਟਾਰਗੇਟ ਜੋ ਹੈ ਅਚੀਵ ਕਰਾਂਗੇ। ਓਕੇ, ਜੋ ਨਰਿੰਦਰ ਸਿੰਘ ਤੋਮਰ ਹੈ ਇਹਨਾਂ ਨੇ ਇਨੋਗ੍ਰੇਸ਼ਨ ਕੀਤਾ ਪੂਰੇ ਵਰਲਡ ਦਾ ਸੈਕਿੰਡ ਲਾਰਜੈਸਟ ਰੀਫੋਰਬਿਸ਼ਡ ਜੀਨ ਬੈਂਕ। ਓਕੇ, ਔਰ ਇਹਨੂੰ ਨੈਸ਼ਨਲ ਬਿਊਰੋ ਆਫ ਪਲਾਂਟ ਜੈਨੇਟਿਕ ਰਿਸੋਰਸਿਸ ਜੋ ਕਿ ਪੂਸਾ ਨਿਊ ਦਿੱਲੀ ਦੇ ਵਿੱਚ ਹੈ, ਉੱਥੇ ਇਹਨੂੰ ਡਿਵੈਲਪ ਕੀਤਾ ਗਿਆ, ਇਨੋਗ੍ਰੇਟ ਕੀਤਾ ਗਿਆ। ਓਕੇ, ਤਾਂ ਇਹਦਾ ਮਕਸਦ ਕੀ ਹੈਗਾ ਕਿ ਨਾ ਇਹ ਜਰਮ ਪਲਾਜ਼ਮ ਦੀ ਫੈਸਿਲਿਟੀ ਨੂੰ ਪ੍ਰੋਵਾਈਡ ਕਰਨਗੇ ਜਿਸ ਦੇ ਨਾਲ ਕਿ ਜੋ ਆਪਣੇ ਸੀਡਸ ਹੈ, ਆਪਣੇ ਇੰਡੀਆ ਦੇ ਸੀਡਸ, ਇਹਨਾਂ ਦੇ ਹੈਰੀਟੇਜ ਨੂੰ ਅੱਛੀ ਤਰ੍ਹਾਂ ਰੱਖਿਆ ਜਾ ਸਕੇ ਔਰ ਇਹ -20 ਡਿਗਰੀ ਸੈਲਸੀਅਸ ਦੇ ਟੈਂਪਰੇਚਰ ਦੇ ਵਿੱਚ ਰੱਖੇ ਜਾਣਗੇ। ਓਕੇ, ਕੁਐਸਚਨ ਨੰਬਰ 11, which institute has developed India's first indigenous motorized wheelchair ਜਿਸ ਦਾ ਨਾਮ ਹੈ ਨੀ ਬੋਲਟ। ਤਾਂ ਕਿਸ ਇੰਸਟੀਚਿਊਟ ਨੇ ਭਾਰਤ ਦਾ ਪਹਿਲਾ ਸਵਦੇਸ਼ੀ ਮੋਟਰ ਚਾਲਿਤ ਵੀਲਚੇਅਰ ਇਹਨੂੰ ਵਿਕਸਿਤ ਕੀਤਾ? ਤਾਂ ਇਹ ਹੈ IIT ਮੈਡਰਾਸ। ਓਕੇ, ਤਾਂ ਦੇਖੋ ਇਹ ਜਿਹੜਾ ਮੋਟਰਾਈਜ਼ਡ ਵੀਲਚੇਅਰ ਵਹੀਕਲ ਹੈ ਇਸ ਦਾ ਨਾਮ ਕੀ ਰੱਖਿਆ ਗਿਆ ਹੈ? ਨਿਓ ਬੋਲਟ। ਓਕੇ, ਔਰ ਬੋਲਿਆ ਗਿਆ ਹੈ ਕਿ ਇਹਦਾ ਯੂਜ਼ ਸਿਰਫ ਸੜਕਾਂ ਦੇ ਉੱਪਰ ਹੀ ਨਹੀਂ ਕੀਤਾ ਜਾ ਸਕੇਗਾ ਬਲਕਿ ਜਿਹੜੇ ਆਪਣੇ ਅਸਮਾਨੀ ਇਲਾਕੇ ਹੈ ਇਹਦੇ ਵਿੱਚ ਇਹਨੂੰ ਯੂਜ਼ ਕੀਤਾ ਜਾਣਾ ਹੈ।
ਇਹਦੀ ਜੋ ਮੈਕਸਿਮਮ ਸਪੀਡ ਹੈ ਇਹ 25 ਕਿਲੋਮੀਟਰ ਪਰ ਆਵਰ ਰੱਖੀ ਗਈ ਹੈ ਔਰ ਬੋਲਿਆ ਜਾ ਰਿਹਾ ਹੈ ਕਿ ਜਿਹੜੇ ਵਿਕਲਾਂਗ ਲੋਕ ਹੁੰਦੇ ਆ ਇਹਨਾਂ ਦੇ ਲਈ ਬਿਲਕੁਲ ਇਹ ਵਰਦਾਨ ਦੀ ਤਰ੍ਹਾਂ ਸਿੱਧ ਹੋਏਗਾ ਔਰ ਇਹਦੀ ਜੋ ਕੀਮਤ ਹੈ ਕਰੀਬ 55,000 ਰੁਪੀਜ਼ ਰੱਖੀ ਗਈ ਹੈ। ਇਹਦੇ ਵਿੱਚ ਲਿਥੀਅਮ ਆਇਨ ਬੈਟਰੀ ਜੋ ਹੈ ਇਹਨੂੰ ਯੂਜ਼ ਕੀਤਾ ਜਾਏਗਾ ਆਪਰੇਟ ਕਰਨ ਦੇ ਲਈ ਔਰ ਜਦੋਂ ਇੱਕ ਵਾਰੀ ਇਹਨੂੰ ਚਾਰਜ ਕਰ ਲਿਆ ਜਾਏਗਾ ਤਾਂ ਫਿਰ ਇਹ 25 ਕਿਲੋਮੀਟਰ ਤੱਕ ਦੀ ਯਾਤਰਾ ਕਰਨ ਦੇ ਲਈ ਸਮਰੱਥ ਹੋਣਾ ਹੈ। ਓਕੇ, ਤਾਂ ਆਪਾਂ ਦੇਖਦੇ ਹਾਂ ਸਾਇੰਸ ਐਂਡ ਟੈਕਨੋਲੋਜੀ ਦੇ ਨਾਲ ਰਿਲੇਟਡ ਕੁਝ ਕਰੰਟ ਨਿਊਜ਼। ਤਾਂ ਜੋ ਐਜੂਕੇਸ਼ਨ ਮਿਨਿਸਟਰ ਨੇ ਧਰਮੇਂਦਰ ਪ੍ਰਧਾਨ ਇਹਨਾਂ ਨੇ ਇਨੋਗ੍ਰੇਟ ਕੀਤਾ ਸੈਂਟਰ ਫॉर ਰਿਸਰਚ ਐਂਡ ਇਨੋਵੇਸ਼ਨ। ਆਲਰਾਈਟ, ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਇਨੋਗ੍ਰੇਟ ਕੀਤਾ ਗਿਆ। ਇਹਨੂੰ IIT हैदराबाद ਦੇ ਵਿੱਚ ਹੀ ਸੈਟਅਪ ਕੀਤਾ ਗਿਆ। जो HCL है फाउंडेशन ਇਹਨਾਂ ਨੇ ਲਾਂਚ ਕੀਤਾ ਮਾਈ ਈ ਹਾਰਟ ਪੋਰਟਲ। ਓਕੇ, ਤਾਂ ਕਿ ਜਿਹੜੇ ਆਰਟਿਸਨਸ ਹੈ ਇਹਨਾਂ ਨੂੰ ਐਮਪਾਵਰ ਕੀਤਾ ਜਾ ਸਕੇ ਔਰ ਇਹਦੇ ਵਿੱਚ ਜੋ ਹੈਂਡੀਕ੍ਰਾਫਟ ਦਾ ਸੈਕਟਰ ਹੈ ਨਾ, ਜੋ ਹੱਥ ਦੀ ਬੁਣਾਈ ਦਾ ਕੰਮ ਕਰਦੇ ਹੈ, ਉਹਨਾਂ ਦੀ ਚੇਨ ਦੀ ਸਟਰੈਂਥਨਿੰਗ ਕੀਤੀ ਜਾਣੀ ਆ। ਓਕੇ, ਇਸ ਤੋਂ ਬਾਅਦ ਜੋ ਆਪਣਾ ਚੰਦਰਯਾਨ 2 ऑर्बिटर है ਇਹਨੇ ਕੀ ਡਿਟੈਕਟ ਕੀਤਾ ਹੈ ਕਿ ਜੋ ਲੂਨਰ ਸਰਫੇਸ ਹੈ ਨਾ, यानी ਚੰਨ ਦਾ ਜੋ ਸਰਫੇਸ ਹੈ ਇਸ ਦੇ ਉੱਪਰ ਵਾਟਰ ਦੇ ਮੋਲੀਕਿਊਲ ਮਿਲੇ ਹੈ, यानी कि जो पानी ਦੇ ਅੰਸ਼ ਹੈ ਇਹ ਪਾਏ ਗਏ ਨੇ। ਓਕੇ, ਇਸ ਤੋਂ ਬਾਅਦ ਜੋ ਇਸਰੋ ਦੇ ਚੀਫ ਨੇ ਕੇ ਸਿਵਾਨ ਇਹਨਾਂ ਨੇ ਇਨੋਗ੍ਰੇਟ ਕੀਤਾ ਹੈਲਥ ਕੁਐਸਟ ਸਟੱਡੀ। ਆਲਰਾਈਟ, ਤਾਂ ਇਹ ਜੋ ਕੁਐਸਟ ਹੈ ਇਸ ਦੀ ਤੁਹਾਨੂੰ ਫੁੱਲ ਫਾਰਮ ਮਿਲੇਗੀ ਹੈਲਥ ਕੁਆਲਿਟੀ ਅਪਗ੍ਰੇਡੇਸ਼ਨ enabled by space technology of ISRO। ਓਕੇ, ਤਾਂ ਇਹਦੇ ਵਿੱਚ 20 ਪ੍ਰਾਈਵੇਟ ਹਸਪੀਟਲਸ ਨੇ ਪੂਰੇ ਇੰਡੀਆ ਦੇ, ਉਹਨਾਂ ਵੱਲੋਂ ਇਹਨੂੰ ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਜੋ ਸਾਊਥ ਅਫਰੀਕਾ ਹੈ ਇਹਨਾਂ ਨੇ ਪਹਿਲਾ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਇਹਨੂੰ ਪੈਟੈਂਟ ਦੇ ਦਿੱਤਾ ਹੈ। ਰਾਈਟ, ਔਰ ਇਹ ਫੂਡ ਕੰਟੇਨਰਸ ਦੇ ਜੋ ਰੂਪ ਦੇ ਵਿੱਚ ਕੰਮ ਕਰੂਗਾ ਔਰ ਇਸ ਆਰਟੀਫਿਸ਼ੀਅਲ ਸਿਸਟਮ ਦਾ ਨਾਮ ਕੀ ਹੈਗਾ ਡੈਬਸ। ਆਲਰਾਈਟ, और जो इंडिया है ये होस्ट करेगा पहला इंटरनेट गवर्नेंस फोरम। ऑलराइट, ਇਹਨੂੰ ਆਪਣੀ ਕੰਟਰੀ ਦਾ ਪਹਿਲਾ ਮੰਨਿਆ ਜਾ ਰਿਹਾ ਹੈ। ਇਹਨੂੰ ਅਕਤੂਬਰ 2021 ਦੇ ਵਿੱਚ ਲਾਂਚ ਕੀਤਾ ਜਾਣਾ ਹੈ। ਇਹਦਾ ਥੀਮ ਰੱਖਿਆ ਜਾਏਗਾ ਇਨਕਲੂਸਿਵ ਇੰਟਰਨੈਟ ਫॉर ਡਿਜੀਟਲ ਇੰਡੀਆ। ਆਲਰਾਈਟ, ਕੁਐਸਚਨ ਨੰਬਰ 12 ਹੂ ਹੈਜ਼ ਬੀਨ ਅਪॉइंटेड ਐਜ਼ ਮਨੀਪੁਰ ਗਵਰਨਰ। ਤਾਂ ਮਨੀਪੁਰ ਦੇ ਗਵਰਨਰ ਦੇ ਵਜੋਂ ਕਿਹਨਾਂ ਦੀ ਨਿਯੁਕਤੀ ਕੀਤੀ ਗਈ ਹੈ? ਇਹ ਹੈਗਾ ਲਾ ਗੈਨੇਸਨ। ਆਲਰਾਈਟ, ਇਹਨਾਂ ਬੀਜੇਪੀ ਦੇ ਲੀਡਰ ਨੇ ਜੋ ਕਿ ਤਾਮਿਲਨਾਡੂ ਤੋਂ ਬਿਲੋਂਗ ਕਰਦੇ ਨੇ। ਆਲਰਾਈਟ, ਐਂਡ ਇਹਨਾਂ ਨੂੰ ਬਣਾਇਆ ਗਿਆ ਹੈਗਾ ਗਵਰਨਰ ਔਰ ਇਹ 23 ਅਗਸਤ ਨੂੰ ਇਹਨਾਂ ਨੇ ਆਪਣਾ ਚਾਰਜ ਸੰਭਾਲਿਆ। ਔਰ ਦੇਖੋ 10 ਅਗਸਤ ਤੋਂ ਹੀ ਇਹ ਵਾਲੀ ਸੀਟ ਖਾਲੀ ਚੱਲੀ ਆ ਰਹੀ ਸੀ ਕਿਉਂਕਿ ਇੱਥੇ ਦੇ ਜੋ ਗਵਰਨਰ ਸੀ ਨਜਮਾ ਹੈਪਤੁੱਲਾ ਇਹ ਰਿਟਾਇਰ ਹੋ ਗਏ ਸੀ। ਆਲਰਾਈਟ, ਔਰ ਉਦੋਂ ਤੱਕ ਜੋ ਸਿੱਕਿਮ ਦੇ ਗਵਰਨਰ ਹੈਗੇ ਆ ਗੰਗਾ ਪ੍ਰਸਾਦ ਇਹਨਾਂ ਨੇ ਹੀ ਐਡੀਸ਼ਨਲ ਚਾਰਜ ਸੰਭਾਲਿਆ ਹੋਇਆ ਸੀਗਾ। ਓਕੇ, ਤੇ ਹੁਣ ਫਿਰ ਕੌਣ ਬਣ ਗਏ ਹੈਗੇ ਨੇ? ਬੀਜੇਪੀ ਦੇ ਲੀਡਰ ਲੈ ਗੈਨੇਸਨ। ਓਕੇ, और जो मणिपुर की कैपिटल है इंफाल, CM हो जाएंगे एन बीरेन सिंह। ओके, रीसेंट अपॉइंटमेंट देखते हैं कुछ तो अभय कुमार सिंह इन्हों जॉइंट सैक्रटरी मिनिस्ट्री ऑफ कॉपरेशन दे विच शामिल किया गया। दैन नकुल चोपड़ा इन्हों अपॉइंट किया गया चीफ एग्जीक्यूटिव ऑफिसर बार्क दे। बार्क की फुल फॉर्म है ब्रॉडकास्ट ऑडियंस रिसर्च काउंसिल। इन्हें एक टैलीविजन मॉनिटरिंग एजेंसी हैगी आ। ओके, इस तो बाद CVC ने रीअपॉइंट किया TM भासिन नूं चेयरमैन ऑफ एडवाइजरी बोर्ड दे। ऑलराइट, इस तो बाद आ जाता है PR श्रीजेश इन्हों अपॉइंट किया गया ब्रांड एंबेसडर ऑफ केरला एडवेंचर टूरिज्म। एक कौन है जो अपनी हॉकी की टीम है उस दे विच गोल कीपर सीगे। ओके, MW इंडिया इन्होंने अपॉइंट किया मीराबाई चानू नूं ब्रांड एंबेसडर। ठीक है, और मीराबाई चानू वही ने जिन्होंने ओलंपिक्स के विच इंडिया के लिए पहला सिल्वर मैडल हासिल किया सी टोक्यो ओलंपिक्स का। ओके, प्रियंका चोपड़ा जोन्स इन्हों मामी फिल्म फैसटिवल का चेयरपर्सन बनाया गया। इन्हों तो पहला दीपिका पादुकोण सीगे जिन्होंने कि अपना रेसिग्नेशन दे दिता। कमलेश कुमार पंत नूं अपॉइंट किया गया NPPA दे नवे चेयरमैन यानी नैशनल फार्मास्यूटिकल प्राइसिंग अथॉरिटी दे। ओके, क्वेश्चन नंबर 13 वर्ल्ड वाटर वीक 2021 ऑब्जर्व्ड फ्रॉम विच डेट टू विच डेट। विश्व पानी सप्ताह 2021 एक कदों तो लैके और कदों तक मनाया गया? तो 23 तो लैके 27 तक मनाया गया। राइट, और एक एनुअल इवेंट है यानी कि इनू हर साल ही मनाया जाता है। इसनू केड़ी संस्था मनाती है? CV स्टॉकहोम इंटरनेशनल वाटर इंस्टीट्यूट। ऑलराइट, और ये 1991 ਦੇ ਵਿੱਚ ਆਇਆ ਸੀ।
ਇਹਨੂੰ ਕਿਸ ਲਈ ਮਨਾਇਆ ਜਾਂਦਾ ਹੈਗਾ ਤਾਂ ਕਿ ਜੋ ਆਪਣਾ ਪੂਰਾ ਵਰਲਡ ਹੈ ਉਹਦੇ ਵਿੱਚ ਜਿੰਨੇ ਵੀ ਪਾਣੀ ਦੀ ਕਮੀ ਦੇ ਇਸ਼ੂ ਹੈ ਜਾਂ ਇਹਨਾਂ ਦੇ ਨਾਲ ਰਿਲੇਟਡ ਜਿੰਨੇ ਵੀ ਕੰਸਰਨਸ ਹੈ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਪਰ ਉਠਾਇਆ ਜਾ ਸਕੇ। ਔਰ ਇਸ ਵਾਰੀ ਦਾ ਜੋ ਇਹਨਾਂ ਨੇ ਥੀਮ ਰੱਖਿਆ ਇਹ ਸੀਗਾ ਬਿਲਡਿੰਗ ਰੈਜ਼ੀਲੀਅੰਸ ਫਾਸਟਰ। ਓਕੇ, ਔਰ ਕਦੋਂ ਮਨਾਇਆ ਗਿਆ ਇਹਨੂੰ 23 ਤੋਂ ਲੈ ਕੇ 27 ਅਗਸਤ ਤੱਕ। ਹੁਣ ਆਪਾਂ ਗੱਲ ਕਰ ਰਹੇ ਹਾਂ ਜੋ ਸੀਵੀ ਹੈ ਇਹਨੂੰ 1991 ਦੇ ਵਿੱਚ ਫਾਊਂਡ ਕੀਤਾ ਗਿਆ। ਇਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਰਹਿਣਗੇ ਟੋਗਨੀ ਹੋਲਮਗ੍ਰੇਨ। ਓਕੇ, ਐਂਡ ਦਾ ਹੈਡਕੁਆਟਰ ਤੁਹਾਨੂੰ ਸਵੀਡਨ ਦੇ ਸਟਾਕਹੋਮ ਦੇ ਵਿੱਚ ਮਿਲਣਾ ਹੈ। ਨੀਚੇ ਤੁਹਾਨੂੰ ਲਿਸਟ ਦਿੱਤੀ ਗਈ ਹੈ 10 ਅਗਸਤ ਤੋਂ ਲੈ ਕੇ 22 ਅਗਸਤ ਤੱਕ ਜਿੰਨੇ ਵੀ ਇੰਪੋਰਟੈਂਟ ਡੇਜ਼ ਆਏ। ਓਕੇ, ਇਹਨੂੰ ਤੁਸੀਂ ਬਾਅਦ ਦੇ ਵਿੱਚ ਰੀਡ ਆਊਟ ਕਰ ਲੈਣਾ। ਕੁਐਸਚਨ ਨੰਬਰ 14, ਓਮ ਨਾਮਬੀਅਰ ਪਾਸਡ ਅਵੇ ਰੀਸੈਂਟਲੀ, ਹੀ ਬਿਲੋਂਗ ਟੂ ਵਿਚ ਫੀਲਡ। ਤਾਂ ਜੋ ਓਮ ਨਾਮਬੀਅਰ ਹੈ ਇਹਨਾਂ ਦਾ ਹਾਲ ਹੀ ਦੇ ਵਿੱਚ ਨਿਧਨ ਹੋਇਆ। ਇਹ ਕਿਹੜੇ ਖੇਤਰ ਦੇ ਨਾਲ ਸੰਬੰਧ ਰੱਖਦੇ ਸੀ? ਤਾਂ ਇਹ ਸੀਗੇ ਕੋਚ। ਓਕੇ, ਤਾਂ ਇਹ ਕੀ ਸੀਗੇ? ਐਥਲੈਟਿਕਸ ਦੇ ਕੋਚ ਸੀਗੇ। ਇਹਨਾਂ ਨੂੰ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਹਾਸਿਲ ਹੈਗਾ। ਇਹਨਾਂ ਨੂੰ ਦਰੋਣਾਚਾਰਿਆ ਅਵਾਰਡ ਮਿਲ ਚੁੱਕਿਆ ਹੈ। ਇਸ ਦੇ ਨਾਲ ਇਸ ਸਾਲ ਜੋ ਹੈ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀਗਾ। ਓਕੇ, ਔਰ ਇਹਨਾਂ ਨੂੰ ਇੰਨਾ ਜ਼ਿਆਦਾ ਅੱਛਾ ਕਿਉਂ ਮੰਨਿਆ ਜਾਂਦਾ ਹੈ? ਕਿਉਂਕਿ ਤੁਹਾਨੂੰ ਨਾਮ ਸੁਣਿਆ ਹੋਏਗਾ ਤੁਸੀਂ ਪੀਟੀ ਊਸ਼ਾ ਦਾ। ਇਹਨਾਂ ਨੂੰ ਵੀ ਇਹਨਾਂ ਨੇ ਹੀ ਕੋਚ ਕੀਤਾ ਸੀਗਾ ਔਰ ਇਹ ਇੱਕ ਸਿੰਪਲ ਪਿੰਡ ਤੋਂ ਬਿਲੋਂਗ ਕਰਨ ਵਾਲੀ ਲੜਕੀ ਸੀ ਜਿਨ੍ਹਾਂ ਨੂੰ ਇਹਨਾਂ ਨੇ ਏਸ਼ੀਆ ਦੀ ਗੋਲਡਨ ਗਰਲ ਦੇ ਰੂਪ ਦੇ ਵਿੱਚ ਟਰਾਂਸਫਾਰਮ ਕਰ ਦਿੱਤਾ ਸੀ। ਓਕੇ, ਔਰ ਸਭ ਤੋਂ ਅੱਛਾ ਇਹਨਾਂ ਦਾ ਇਵੈਂਟ ਰਿਹਾ ਸੀ 1984 ਦਾ, ਜਦੋਂ 400 ਮੀਟਰ ਹਰਡਲ ਜੋ ਕਿ 올림픽ਸ ਦੇ ਵਿੱਚ ਆਏ ਨਾ, ਉਦੋਂ ਇਹਨਾਂ ਨੇ ਬਹੁਤ ਹੀ ਉਮਦਾ ਪ੍ਰਦਰਸ਼ਨ ਕੀਤਾ ਸੀ। ਓਕੇ, ਤਾਂ ਦੇਖੋ ਇਹ ਜੋ ਰੀਸੈਂਟ ਕੁਝ ਅਬੈਚੁਰੀਜ਼ ਹੋਈਆਂ ਜਿਨ੍ਹਾਂ ਦੀ ਡੈਥ ਹੋਈ ਹੈ ਨੀਚੇ ਦਿੱਤੇ ਗਏ ਹੈ, ਇਹਨਾਂ ਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ। ਪਰ ਇਸ ਦੇ ਵਿੱਚ ਜੋ ਮਿਲਖਾ ਸਿੰਘ ਹੋ ਗਏ ਜਾਂ ਫਿਰ ਮਾਨ ਕੌਰ ਐਂਡ ਆਫਟਰ ਦੈਟ ਜੋ ਹਾਕੀ ਦੇ ਬਲਬੀਰ ਸਿੰਘ ਸੀਨੀਅਰ, ਇਹ ਤੁਹਾਨੂੰ ਪਤਾ ਹੈ ਪੰਜਾਬ ਦੇ ਨਾਲ ਰਿਲੇਟ ਕਰਦੇ ਹੈ। ਇਹ ਤਾਂ ਅੱਛੀ ਤਰ੍ਹਾਂ ਯਾਦ ਰੱਖਣਾ। ਇਸ ਤੋਂ ਬਿਨਾ ਬਾਕੀ ਵੀ ਤੁਸੀਂ ਸਾਰੇ ਹੀ ਪੜ੍ਹ ਲੈਣਾ। ਓਕੇ, ਕੁਐਸਚਨ ਨੰਬਰ 15, ਇੰਡੀਆਜ਼ ਹਾਈਐਸਟ ਹਰਬਲ ਪਾਰਕ ਹੈਜ਼ ਬੀਨ ਇਨੋਗ੍ਰੇਟਡ ਇਨ ਵਿਚ ਸਟੇਟ। ਦਾ ਭਾਰਤ ਦਾ ਸਭ ਤੋਂ ਉੱਚਾ ਹਰਬਲ ਪਾਰਕ ਇਹ ਕਿਹੜੇ ਰਾਜ ਦੇ ਵਿੱਚ ਬਣਾਇਆ ਗਿਆ? ਆਨਸਰ ਹੈ ਉੱਤਰਾਖੰਡ। ਓਕੇ, ਤਾਂ ਦੇਖੋ ਇਹ ਜੋ ਉੱਤਰਾਖੰਡ ਦੇ ਵਿੱਚ ਬਣਾਇਆ ਹੈ, ਕਿਹੜਾ ਪਿੰਡ ਹੈ ਜਿੱਥੇ ਇਸ ਨੂੰ ਬਣਾਇਆ ਗਿਆ? ਮਨਾ ਨਾਮ ਦਾ ਪਿੰਡ ਹੈ। ਓਕੇ, ਔਰ ਇਹ ਤੁਹਾਨੂੰ ਮਿਲੇਗਾ ਚਮੋਲੀ ਡਿਸਟ੍ਰਿਕਟ ਦੇ ਵਿੱਚ। ਔਰ ਇਹ ਜੋ ਹੈ ਨਾ 11,000 ਫੀਟ ਦੀ ਉਚਾਈ ਦੇ ਉੱਪਰ ਇਹਨੂੰ ਬਣਾਇਆ ਗਿਆ ਹੈਗਾ, ਰਾਈਟ। ਔਰ ਇਹ ਜਿਹੜਾ ਆਪਣਾ ਇੰਡੋ ਚਾਈਨਾ ਬਾਰਡਰ ਹੈ ਇਹਦੇ ਬਿਲਕੁਲ ਹੀ ਨਜ਼ਦੀਕ ਹੈ। ਔਰ ਜੋ ਆਪਣਾ ਇੰਡੀਆ ਦਾ ਵਿਲੇਜ ਹੈ ਨਾ ਮਨਾ, ਇਹ ਸਭ ਤੋਂ ਲਾਸਟ ਵਿਲੇਜ ਰਹੇਗਾ ਚਮੋਲੀ ਬੋਰਡਰਿੰਗ ਚਾਈਨਾ ਦੇ ਵਿੱਚ। ਔਰ ਰਾਈਟ, ਔਰ ਬਦਰੀਨਾਥ ਟੈਂਪਲ ਦੇ ਵੀ ਇਹ ਬਿਲਕੁਲ ਨਜ਼ਦੀਕ ਪੈਂਦਾ ਹੈ। ਔਰ ਇਸ ਪਾਰਕ ਨੂੰ ਬਣਾਇਆ ਗਿਆ, ਇਸ ਦੇ ਵਿੱਚ ਟੋਟਲ 40 ਸਪੀਸ਼ੀਜ਼ ਰੱਖੀਆਂ ਗਈਆਂ ਹਿਮਾਲਿਆ ਦੇ ਰੀਜਨ ਦੀਆਂ। ਔਰ ਰਾਈਟ, ਔਰ ਅਗਰ ਆਪਾਂ ਇਸ ਪਾਰਕ ਦੀ ਗੱਲ ਕਰਦੇ ਹਾਂ ਇਹਦਾ ਏਮ ਕੀ ਹੈਗਾ? ਇਹਨਾਂ ਨੇ ਬੋਲਿਆ ਕਿ ਇਹ ਜਿੰਨੀਆਂ ਵੀ ਸਪੀਸ਼ੀਜ਼ ਹੈ ਇਹਨਾਂ ਨੂੰ ਅਸੀਂ ਕੰਜ਼ਰਵ ਕਰਾਂਗੇ ਜੋ ਕਿ ਮੈਡੀਕਲ ਜੋ ਹੈ ਵੈਲਿਊ ਰੱਖਦੀਆਂ, ਯਾਨੀ ਕਿ ਜੋ ਦਵਾਈਆਂ ਦੇ ਕਾਬਿਲ ਹੋ ਸਕਦੀਆਂ ਜਾਂ ਫਿਰ ਜੋ ਆਪਣੇ ਇੰਡੀਆ ਦੇ ਕਲਚਰ ਦੇ ਲਈ ਵੀ ਇੰਪੋਰਟੈਂਸ ਰੱਖਦੀਆਂ। ਔਰ ਰਾਈਟ, ਔਰ ਇਹਨੂੰ ਟੋਟਲ 3 ਏਕੜ ਦੇ ਏਰੀਆ ਦੇ ਵਿੱਚ ਬਣਾਇਆ ਗਿਆ। ਇਹਨੂੰ ਜੋ ਮਨਾ ਦਾ ਵਨ ਪੰਚਾਇਤ ਹੈ ਇਸ ਦੇ ਨਾਲ ਉੱਤਰਾਖੰਡ ਫੋਰੈਸਟ ਡਿਪਾਰਟਮੈਂਟ ਦਾ ਜੋ ਵਿੰਗ ਹੈ ਇਹਨਾਂ ਨੇ ਹੀ ਡਿਵੈਲਪ ਕੀਤਾ ਹੈ, ਰਾਈਟ। ਔਰ ਇੱਥੇ ਬਹੁਤ ਸਾਰੀਆਂ ਐਦਾਂ ਦੀਆਂ ਸਪੀਸ਼ੀਜ਼ ਰੱਖੀਆਂ ਗਈਆਂ ਜੋ ਕਿ ਐਂਡੇਂਜਰਡ ਦੇ ਵਿੱਚ ਆਉਂਦੀਆਂ ਜਾਂ ਫਿਰ ਜੋ ਥ੍ਰੈਟਨਡ ਕੈਟਾਗਰੀ ਦੇ ਵਿੱਚ ਆਉਂਦੀਆਂ। ਔਰ ਇਹ ਕੈਟਾਗਰੀ ਕਿੰਨੇ ਡਿਸਾਈਡ ਕੀਤੀ ਹੈ? ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ ਦੇ ਵੱਲੋਂ। ਔਲ ਰਾਈਟ, ਓਕੇ। ਅੱਛਾ, ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਉੱਤਰਾਖੰਡ ਦੀ ਕੈਪੀਟਲ ਦੇਹਰਾਦੂਨ। ਔਰ ਇਹ ਵਿੰਟਰ ਦੀ ਹੈ। ਅਗਰ ਆਪਾਂ ਸਮਰ ਦੀ ਗੱਲ ਕਰਾਂਗੇ ਤਾਂ ਇਹ ਹੈ ਗੈਰਸੇਨ। ਗਵਰਨਰ ਰਹਿਣਗੇ ਬੇਬੀ ਰਾਣੀ ਮੌਰਿਆ। ਸੀਐਮ ਹੈਗੇ ਪੁਸ਼ਕਰ ਸਿੰਘ ਧਾਮੀ। ਇਹਨੂੰ ਫਾਊਂਡ ਕੀਤਾ ਗਿਆ ਸੀ 9 ਨਵੰਬਰ 2000 ਦੇ ਵਿੱਚ। ਕਰੰਟ ਦੇ ਨਾਲ ਰਿਲੇਟ ਕਰਦੇ ਹਾਂ ਤਾਂ ਇੰਡੀਆ ਦਾ ਪਹਿਲਾ ਲਾਈਕਨ ਪਾਰਕ ਇਹ ਉੱਤਰਾਖੰਡ ਦੇ ਹੀ ਮੁਨਸਿਆਰੀ ਦੇ ਵਿੱਚ ਬਣਾਇਆ ਗਿਆ। ਇੰਡੀਆ ਦਾ ਪਹਿਲਾ ਕ੍ਰਿਪਟੋ ਗੇਮਿੰਗ ਗਾਰਡਨ ਇਹ 9000 ਫੀਟ ਦੀ ਉਚਾਈ ਦੇ ਉੱਪਰ ਬਣਾਇਆ ਗਿਆ ਦੇਹਰਾਦੂਨ ਯੂਕੇ ਦੇ ਵਿੱਚ ਹੀ। ਇੰਡੀਆ ਦਾ ਪਹਿਲਾ ਮੋਸ ਗਾਰਡਨ ਇਸ ਨੂੰ ਨੈਨੀਤਾਲ ਦੇ ਉੱਤਰਾਖੰਡ ਦੇ ਵਿੱਚ ਬਣਾਇਆ ਗਿਆ। ਓਕੇ, ਇਸ ਤੋਂ ਬਾਅਦ ਜੋ IIT ਰੁੜਕੀ ਹੈ ਇਹਨਾਂ ਨੇ ਲਾਂਚ ਕੀਤਾ ਅਰਥਕਵੇਕ अर्ਲੀ ਵਾਰਨਿੰਗ ਮੋਬਾਈਲ ਐਪ, ਰਾਈਟ। ਇਹਨੂੰ ਉੱਤਰਾਖੰਡ ਦੇ ਲਈ ਹੀ ਸਪੈਸ਼ਲੀ ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਇੱਥੇ ਫੋਰੈਸਟ ਫਾਇਰ ਸੀਜ਼ਨ ਆਇਆ ਉੱਤਰਾਖੰਡ ਦਾ। ਇਸ ਦੇ ਵਿੱਚ ਕੀ ਹੋਇਆ ਹੈ ਕਿ ਟੋਟਲ 361 ਟਾਈਮ ਇੱਥੇ ਦੇ ਜੰਗਲਾਂ ਦੇ ਵਿੱਚ ਅੱਗ ਲੱਗੀ ਹੈ। ਓਕੇ, ਜਸਟ 5 ਦਿਨ ਦੇ ਅੰਦਰ ਅੰਦਰ। ਔਰ ਇਸ ਪੀਰੀਅਡ ਦੇ ਵਿੱਚ 567 ਹੈਕਟੇਅਰ ਦਾ ਜੋ ਫੋਰੈਸਟ ਹੈ ਇਹ ਪੂਰੀ ਤਰ੍ਹਾਂ ਬਰਬਾਦ ਹੋ ਗਿਆ।
ओके। और हर साल ही जो फॉरेस्ट फायर है ना उत्तराखंड ਦੇ ਵਿੱਚ ਮਿਡ ਫੈਬਰੂਅਰੀ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਇਸੇ ਨੂੰ ਹੀ ਫੋਰੈਸਟ ਫਾਇਰ ਸੀਜ਼ਨ ਬੋਲਦੇ ਨੇ। उत्तराखंड ਦੇ ਵਿੱਚ ਬਾਇਓਡਾਇਵਰਸਿਟੀ ਪਾਰਕ ਇਹ ਵੀ ਸ਼ੁਰੂ ਕੀਤਾ ਗਿਆ ਹਲਦਵਾਨੀ ਨਾਮ ਦੀ ਜਗ੍ਹਾ ਤੇ। ओके, ਤਾਂ ਇਹ 3 ਡੇਜ਼ ਦੇ ਆਪਣੇ ਕਰੰਟ ਅਫੇਅਰ ਦਾ ਸੈਸ਼ਨ ਖਤਮ ਹੋ ਰਿਹਾ ਹੈ। ਜੋ ਕੱਲ ਜਾਂ ਪਰਸੋਂ ਦੇ ਵਿੱਚ ਤੁਹਾਨੂੰ ਇਕਨੋਮਿਕਸ ਦੀ ਮਾਸਟਰ ਵੀਡੀਓ ਮਿਲਣੀ ਹੈ, ਜ਼ਰੂਰ ਦੇਖ ਲੈਣਾ। ਇਹ ਇੰਡੀਆ ਦੇ ਹਰ ਇੱਕ ਐਗਜ਼ਾਮ ਦੇ ਲਈ ਇੰਪੋਰਟੈਂਟ ਰਹੂਗੀ। ओके, और अगर ਤੁਹਾਨੂੰ ਇਹ ਸੈਸ਼ਨ ਅੱਛਾ ਲੱਗਿਆ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ। ओके, ਐਂਡ ਆਪਣੇ ਫੈਮਿਲੀ ਗਰੁੱਪਸ ਦੇ ਵਿੱਚ ਜਿਹੜੇ ਵੀ ਬੱਚੇ ਤਿਆਰੀ ਕਰ ਰਹੇ ਕਿਸੇ ਵੀ ਐਗਜ਼ਾਮ ਦੇ ਵਿੱਚ ਉਹਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਹੈ, ਰਾਈਟ। ਤਾਂ ਫਿਰ ਆਪਾਂ ਕੱਲ ਦੇ ਸੈਸ਼ਨ ਦੇ ਵਿੱਚ ਮਿਲਾਂਗੇ। ਟਿਲ ਦੈਨ ਕੀਪ ਸਟੱਡਿੰਗ, ਟੇਕ ਕੇਅਰ, ਬਾਏ ਬਾਏ।